ਆਜ਼ਾਦ ਟੀਵੀ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ। ਹਰੇਕ ਵੀਰਵਾਰ ਦੀ ਤਰ੍ਹਾਂ ਤੁਹਾਡੇ ਰੂਬਰੂ ਹੋ ਰਹੇ ਹਾਂ। ਆਓ ਸਤਿਗੁਰੂ ਦਾ ਸਮਾਂ ਦਾ ਓਟ ਆਸਰਾ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ, ਸਾਡਾ ਮਕਸਦ ਹੈ ਸਮਾਜ ਵਿੱਚ ਹੋ ਰਹੀਆਂ ਗਤੀਵਿਧੀਆਂ ਨੂੰ ਤੁਹਾਡੇ ਤੱਕ ਪਹੁੰਚਾਉਣਾ। ਤੇ ਅਸੀਂ ਹੁਣ ਪਹਿਲਾਂ ਕਿਉਂਕਿ ਜਿਹੜਾ ਇਹ ਪ੍ਰੋਗਰਾਮ ਆ 1 ਮਹੀਨੇ ਦਾ ਜਿਹੜਾ ਰਾਮਪਾਲ ਰਾਹੀ ਜੀ ਪ੍ਰੈਜ਼ੀਡੈਂਟ ਪੰਜਾਬ ਬੁੱਧਿਸਟ ਸੋਸਾਇਟੀ UK, ਵਾਈਸ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਅੰਬੇਡਕਰ ਐਂਡ ਬੁੱਧਿਸਟ ਆਰਗੇਨਾਈਜੇਸ਼ਨ ਰਾਮਪਾਲ ਰਾਹੀ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ 1 ਮਹੀਨੇ ਦਾ ਜਿਹੜਾ ਇਹ ਪ੍ਰੋਗਰਾਮ ਹੈ ਉਹਨਾਂ ਨੇ ਸਪਾਂਸਰ ਕੀਤਾ, ਪਿਆਰ ਦਿੱਤਾ ਹੈ ਸਾਨੂੰ, ਤੇ ਅਸੀਂ ਉਹਨਾਂ ਦਾ ਵੀ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਓ ਜਿਸ ਤਰ੍ਹਾਂ ਕਿ ਸਾਡਾ ਰੀਤੀ ਰਿਵਾਜ ਹੈ ਕਿ ਅਸੀਂ ਇੱਕ ਪਹਿਲਾਂ ਗੀਤ ਲਾਵਾਂਗੇ, ਉਸ ਤੋਂ ਬਾਅਦ ਜੋ ਸਾਡੇ ਕੋਲ ਭਾਰਤ ਦੇਸ਼ ਦੀ ਧਰਤੀ ਤੋਂ ਮਹਿਮਾਨ ਆਏ ਹਨ ਉਹਨਾਂ ਦੇ ਨਾਲ ਤੁਹਾਡਾ ਪਰਿਚੈ ਕਰਾਵਾਂਗੇ ਜੀ। ਗਿੱਦੜਾਂ ਦੀਆਂ ਲੱਖਾਂ ਫੌਜਾਂ ਲਈ ਇੱਕ ਕੱਲਾ ਸ਼ੇਰ ਹੀ ਕਾਫੀ ਏ, ਉਹਨੂੰ ਲੋੜ ਨਹੀਂ ਤਲਵਾਰਾਂ ਦੀ, ਉਹਨੂੰ ਲੋੜ ਨਹੀਂ ਹਥਿਆਰਾਂ ਦੀ, ਜਿਹਦੇ ਹੱਥ ਕਲਮ ਤੇ ਕਾਪੀ ਏ, ਜਿਹਦੇ ਹੱਥ ਕਲਮ ਤੇ ਕਾਪੀ ਏ। ਜਿਹੜੇ ਦਲਿਤਾਂ ਨੂੰ ਮਿਲੇ ਅਧਿਕਾਰ ਨੇ, ਬਾਬਾ ਸਾਹਿਬ ਜੀ ਦੇ ਭਾਰੀ ਉਪਕਾਰ ਨੇ, ਜਿਹੜੇ ਦਲਿਤਾਂ ਨੂੰ ਮਿਲੇ ਅਧਿਕਾਰ ਨੇ, ਬਾਬਾ ਸਾਹਿਬ ਜੀ ਦੇ ਭਾਰੀ ਉਪਕਾਰ ਨੇ, ਛੋਟੇ ਵੱਡਿਆਂ ਨੂੰ ਕੀਤਾ ਇਕਸਾਰ, ਭੀਮ ਨੇ ਉਹ ਡਾਂਗ ਸੋਟਾ ਨਾ, ਸੋਟਾ ਨਾ ਕੋਈ ਚੱਕੀ ਤਲਵਾਰ, ਭੀਮ ਨੇ ਉਹ ਡਾਂਗ ਸੋਟਾ ਨਾ, ਸੋਟਾ ਨਾ ਕੋਈ ਚੱਕੀ ਤਲਵਾਰ, ਭੀਮ ਨੇ ਉਹ ਡਾਂਗ ਸੋਟਾ ਨਾ। ਕਾਮੇ ਭਾਰਤ ਦੇ ਹੋਏ ਮਜਬੂਰ ਸੀ, ਤਾਹਾਂ ਮਾਰ ਮਾਰ ਰੋਂਦੇ ਮਜ਼ਦੂਰ ਸੀ, ਕਾਮੇ ਭਾਰਤ ਦੇ ਹੋਏ ਮਜਬੂਰ ਸੀ, ਤਾਹਾਂ ਮਾਰ ਮਾਰ ਰੋਂਦੇ ਮਜ਼ਦੂਰ ਸੀ, ਹੱਥ ਖੋਲ ਲਈ ਸੀ ਕਰ ਲੈਤੇ ਹਰ, ਭੀਮ ਨੇ ਉਹ ਡਾਂਗ ਸੋਟਾ ਨਾ, ਸੋਟਾ ਨਾ ਕੋਈ ਚੱਕੀ ਤਲਵਾਰ, ਭੀਮ ਨੇ ਉਹ ਡਾਂਗ ਸੋਟਾ ਨਾ, ਸੋਟਾ ਨਾ ਕੋਈ ਚੱਕੀ ਤਲਵਾਰ, ਭੀਮ ਨੇ ਉਹ ਡਾਂਗ ਸੋਟਾ ਨਾ। ਮੱਚੀ ਦੇਸ਼ ਵਿੱਚ ਸਾਰੇ ਹਾਹਾਕਾਰ ਸੀ, ਰਿਹਾ ਤਕੜਾ ਮਾੜੇ ਨੂੰ ਇੱਥੇ ਮਾਰ ਸੀ, ਮੱਚੀ ਦੇਸ਼ ਵਿੱਚ ਸਾਰੇ ਹਾਹਾਕਾਰ ਸੀ, ਰਿਹਾ ਤਕੜਾ ਮਾੜੇ ਨੂੰ ਇੱਥੇ ਮਾਰ ਸੀ, ਗੂੜੀ ਸੋਚ ਨਾਲ ਕੀਤੇ ਸੀ ਵਿਚਾਰ, ਭੀਮ ਨੇ ਉਹ ਡਾਂਗ ਸੋਟਾ ਨਾ, ਸੋਟਾ ਨਾ ਕੋਈ ਚੱਕੀ ਤਲਵਾਰ, ਭੀਮ ਨੇ ਉਹ ਡਾਂਗ ਸੋਟਾ ਨਾ, ਸੋਟਾ ਨਾ ਕੋਈ ਚੱਕੀ ਤਲਵਾਰ, ਭੀਮ ਨੇ ਉਹ ਡਾਂਗ ਸੋਟਾ ਨਾ।
ਨਾ ਚੁੱਕੀ ਤਲਵਾਰ ਭੀਮ ਨੇ ਬਾਬਾ ਸਾਹਿਬ ਦੇ ਬਾਰੇ ਜਿਹੜਾ ਬਲਵੀਰ ਰਾਗਨੀ ਨੇ ਬਹੁਤ ਹੀ ਅੱਛਾ ਗੀਤ ਗਾਇਆ ਹੈ। ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਬਾਬਾ ਸਾਹਿਬ ਦੀ ਐਜੂਕੇਸ਼ਨ ਜਿਹੜੀ ਅੱਜ ਐਜੂਕੇਸ਼ਨ ਦੇ ਕਾਰਨ ਹੀ ਅਸੀਂ ਜਿਹੜਾ ਭਾਰਤ ਦਾ ਸੰਵਿਧਾਨ ਹੈ ਸਾਡੇ ਤੇ ਲਾਗੂ ਹੋਇਆ, ਬਾਬਾ ਸਾਹਿਬ ਨੇ ਸਾਨੂੰ ਬਣਾ ਕੇ ਦਿੱਤਾ। ਅਪ੍ਰੈਲ ਦੇ ਵਿੱਚ ਬਾਬਾ ਸਾਹਿਬ ਦੀ ਜਯੰਤੀ ਆ ਰਹੀ ਹੈ, ਅਸੀਂ ਇਸ ਮਹੀਨੇ ਤੋਂ ਬਾਬਾ ਸਾਹਿਬ ਦੇ ਜਿੰਨੇ ਵੀ ਪ੍ਰੋਗਰਾਮ ਆ ਉਹ ਕਰਾਂਗੇ। ਜਿਹੜੇ ਵੀ ਮੇਰੇ ਵੀਰ ਭੈਣਾਂ ਭਰਾਵਾਂ ਨੇ ਕਲਾਕਾਰਾਂ ਨੇ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਬਾਬਾ ਸਾਹਿਬ ਤੇ ਗੀਤ ਕੀ ਬਣਾਏ ਹਨ ਜਾਂ ਲਿਖੇ ਹਨ ਜਾਂ ਗਾਏ ਹਨ, ਉਹ ਸਾਨੂੰ ਰਾਹੇ ਬਗਾਹੇ ਭੇਜ ਸਕਦੇ ਹਨ ਤਾਂ ਕਿ ਅਸੀਂ ਉਹਨਾਂ ਨੂੰ ਲਾ ਸਕੀਏ। ਅੱਜ ਭਾਰਤ ਦੇਸ਼ ਦੀ ਧਰਤੀ ਤੋਂ ਸਾਡੇ ਕੋਲ ਬਹੁਤ ਹੀ ਸਾਡੇ ਪਿਆਰੇ ਸਤਿਕਾਰਯੋਗ ਮਹਾਨ ਸ਼ਖਸੀਅਤ ਭਾਰਤ ਦੇਸ਼ ਦੀ ਧਰਤੀ ਤੋਂ ਪਹੁੰਚੇ ਹਨ। ਤੁਹਾਨੂੰ ਪਤਾ ਹੈ ਕਿ ਜਦੋਂ ਆਜ਼ਾਦ ਟੀਵੀ ਦੇ ਕੋਲ ਭਾਰਤ ਦੇਸ਼ ਦੀ ਧਰਤੀ ਤੋਂ ਸਾਧੂ ਸੰਤ ਸਮਾਜ ਜਾਂ ਸਾਡਾ ਕੋਈ ਲੀਡਰ ਜਾਂ ਸਾਡਾ ਭੈਣ ਭਰਾ ਕੋਈ ਆਉਂਦਾ ਹੈ ਤੇ ਚਾਹੇ ਕਲਾਕਾਰ ਸਾਡੇ ਕੋਲ ਆਏ, ਅਸੀਂ ਉਹਨਾਂ ਨੂੰ ਸੱਦਾ ਪੱਤਰ ਦਿੰਦੇ ਹਾਂ, ਮੌਕਾ ਦਿੰਦੇ ਹਾਂ, ਰਿਕੁਐਸਟ ਕਰਦੇ ਹਾਂ ਕਿ ਸਾਡੇ ਸਟੂਡੀਓ ਦੇ ਵਿੱਚ ਆਓ। ਇਸੇ ਤਰ੍ਹਾਂ ਅੱਜ ਸਾਡੇ ਕੋਲ ਪਦਮ ਸ਼੍ਰੀ ਡਾਕਟਰ ਕਲਪਨਾ ਸਰੋਜ ਜੀ ਬੰਬਈ ਤੋਂ ਜੋ ਮੁੰਬਈ ਤੋਂ ਆਏ ਹੋਏ ਹਨ, ਉਹ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਹਨ। ਕਲਪਨਾ ਜੀ ਜੈ ਗੁਰਦੇਵ ਜੈ ਭੀਮ। ਜੈ ਗੁਰੂਦੇਵ ਜੈ ਭੀਮ। ਤੇ ਤੁਹਾਡਾ ਬਹੁਤ ਬਹੁਤ ਵੈਲਕਮ ਕਰਦੇ ਹਾਂ ਆਜ਼ਾਦ ਟੀਵੀ ਦੇ ਸਟੂਡੀਓ ਦੇ ਵਿੱਚ। ਜੀ ਤੇ ਨਾਲ ਦੀ ਨਾਲ ਸਾਡੇ ਕੋਲ ਰਵਿੰਦਰ ਚੌਹਾਨ ਜੀ ਜੈ ਗੁਰਦੇਵ ਜੈ ਭੀਮ ਜੀ। ਧੰਨ ਗੁਰਦੇਵ। ਤੇ ਅੱਜ ਅਸੀਂ ਜਿਹੜੀ ਵੀ ਗੱਲ ਕਰਾਂਗੇ ਜ਼ਿਆਦਾ ਤੌਰ ਤੇ ਅਸੀਂ ਕਲਪਨਾ ਜੀ ਨਾਲ ਗੱਲ ਕਰਾਂਗੇ ਕਿਉਂਕਿ ਭਾਰਤ ਦੇਸ਼ ਦੀ ਧਰਤੀ ਤੋਂ ਆਏ ਹੋਏ ਹਨ ਤੇ ਸਾਡਾ ਫਰਜ਼ ਬਣਦਾ ਹੈ ਭਾਰਤ ਦੇ ਹਾਲਾਤਾਂ ਬਾਰੇ, ਸਾਡੇ ਭਾਰਤ ਦੇ ਵਿੱਚ ਸਾਡੇ ਉੱਤੇ ਲੋਕਾਂ ਦੇ ਉੱਤੇ ਜੋ ਵੀ ਕਮਿਊਨਿਟੀ ਦੇ ਵਿੱਚ ਹੋ ਰਿਹਾ ਹੈ ਔਰ ਬਾਬਾ ਸਾਹਿਬ ਦੇ ਮਿਸ਼ਨ ਦੇ ਨਾਲ ਇਹ ਜੁੜੇ ਹੋਏ ਹਨ। ਮੈਂ ਇੱਥੇ ਥੋੜ੍ਹੇ ਜਿਹੇ ਇਹਨਾਂ ਦੇ ਬਾਰੇ ਗੱਲ ਕਰਨੀ ਚਾਹੁੰਦਾ ਹਾਂ ਕਿਉਂਕਿ ਜੇ ਤੁਸੀਂ ਇੰਟਰਨੈਟ 'ਤੇ ਚਲੇ ਜਾਓ ਤਾਂ ਇਹਨਾਂ ਦੀ ਸਾਰੀ ਦੁਆਰੇ ਆਪਾਂ ਤੁਸੀਂ ਲੱਭ ਸਕਦੇ ਇਹਨਾਂ ਨੂੰ। ਤੇ ਇਹਨਾਂ ਦੇ ਜਿਹੜੀ ਥਾਈਲੈਂਡ ਦੇ ਵਿੱਚ ਇਹਨਾਂ ਨੂੰ ਬੁੱਧ ਦੀ ਬੇਟੀ ਦਾ ਖਿਤਾਬ ਦਿੱਤਾ ਗਿਆ ਸੀ ਤੇ ਜਦੋਂ ਲੰਡਨ ਦੇ ਵਿੱਚ ਬਾਬਾ ਸਾਹਿਬ ਦਾ ਜਿਹੜਾ ਘਰ ਆ, ਚਾਹੇ ਉਹ ਕਿਸੇ ਵੀ ਅੱਜ ਰਾਹੇ ਬਗਾਹੇ ਕਿਹਾ ਜਾਂਦਾ ਵੀ ਕਿਸੇ ਨੇ ਲੈ ਕੇ ਦਿੱਤਾ, ਉਸ ਨੇ ਲੈ ਕੇ ਦਿੱਤਾ ਜਾਂ ਉਸ ਦੀ ਕਮੇਟੀ ਜੇ ਬਣ ਗਈ ਉਹ ਬਣ ਗਈ, A to Z ਕਿਸੇ ਦੇ ਵੀ ਨਾਮ ਉਹਦੇ ਵਿੱਚ ਆਉਂਦੇ ਹਨ। ਲੇਕਿਨ ਭਾਰਤ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਨੇ ਇਹਨਾਂ ਨੂੰ ਉਸ ਵੇਲੇ ਦਾ ਜਿਹੜਾ ਆਪਣੀ ਸਪੀਚ ਦੇ ਵਿੱਚ ਜਦੋਂ ਲੰਡਨ ਦੇ ਵਿੱਚ ਓਪਨਿੰਗ ਕਰਦੇ ਸੀ ਉਹਨਾਂ ਨੇ ਕਿਹਾ ਸੀ ਜੋ ਕਲਪਨਾ ਸਰੋਜ ਹੈ ਸਭ ਤੋਂ ਸਿਹਰਾ ਬੜਾ ਇਹਨਾਂ ਨੂੰ ਜਾਂਦਾ ਹੈ ਕਿਉਂਕਿ ਇਹਨਾਂ ਨੇ ਹੀ ਕਿਹਾ ਸੀ ਕਿ ਜੋ ਲੰਡਨ ਦੇ ਵਿੱਚ ਬਾਬਾ ਸਾਹਿਬ ਦਾ ਹੈਨਰੀ ਰੋਡ ਤੇ ਘਰ ਹੈ ਉਹ ਵਿਕਣਾ ਲੱਗਾ ਹੈ, ਉਸ ਨੂੰ ਖਰੀਦਿਆ ਜਾਵੇ। ਚਾਹੇ ਉਹ ਮਹਾਰਾਸ਼ਟਰ ਗਵਰਨਮੈਂਟ ਨੇ ਲਿਆ, ਚਾਹੇ ਇੰਗਲੈਂਡ ਦੇ ਸਾਥੀਆਂ ਨੇ ਰਲ ਕੇ ਲਿਆ, ਲੇਕਿਨ ਕਲਪਨਾ ਸਰੋਜ ਜੀ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਸੀ। ਹਾਂਜੀ कल्पना जी, ਤੁਸੀਂ ਇਸ ਬਾਰੇ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ? जी एक्चुअली जब मैं यहाँ पर आई थी तो मैं बाबा साहब का घर अक्सर ही मतलब बाबा साहब कहाँ पढ़ते थे, कौन से लाइब्रेरी में थे, कौन सी कॉलेज में, तो वो सारा देखने का एक ये था मतलब मन में शौक था। तो हम गए जब वहाँ पर तो बहुत बड़ा ऐसे बोर्ड लगा हुआ था सेल का वहाँ पर। तो जब हमने देखा कि ये घर सेल के लिए बिक रहा है तो बड़ा शौक लगा हमें कि इतने सालों से हम आ रहे हैं तो ये घर तो मतलब है वहाँ पर, लेकिन अगर ये बिक जाएगा तो बाबा साहब की जो यादें हैं उनके साथ जुड़ी हुई वो खत्म हो जाएगी। तो फिर हम क्या करें, तो हम तुरंत वापस गए इंडिया में और हमने कोशिश की कि वो जो घर है तो वो हमारी गवर्नमेंट खरीदे क्योंकि उसकी कीमत बहुत ज़्यादा थी। वहाँ पर कुछ पाउंड में लिखा था 40 करोड़ समथिंग कुछ तो लोग बोल रहे थे वहाँ के। तो 40 करोड़ रुपया तो अगर हम समाज को आह्वान करते हमारे तो शायद हमारा समाज भी इकट्ठा कर देता था, लेकिन उसके लिए एक टाइम होना चाहिए था। तो टाइम तो हमारे पास था नहीं, बहुत कम टाइम था। तो फिर हम क्या करें, तो हमारी सरकार कुछ कर सकती है ये सोचकर हम सरकार के पास गए। तो उस बीच जो है वो 2014 में जुलाई में मैं आई थी यहाँ पर। तो जुलाई से लेके दिसंबर मतलब नवंबर दिसंबर तक नए इलेक्शन आने तक काफ़ी सारी कोशिशें हो गई लेकिन वो नहीं हो पाया। उसके बाद मैं डायरेक्ट मोदी जी से जाकर मिली, नया सरकार आया, मोदी जी से मैंने जाकर मिली और मैंने उनसे कहा कि भाई इस तरह का घर जो है बाबा साहब का वो बिक रहा है और वो हमें लेना चाहिए। तो उन्होंने कहा कि कितने पैसे है उसके, तो मैंने कहा भाई 40 करोड़ समथिंग कुछ तो लिखा है वहाँ पर पाउंड में, तो ऐसे कुछ है। तो उन्होंने बड़े जोशों से कहा कि ओके ठीक है, पीनट है सरकार के लिए, ले लिया। तो ये बात मुझे बहुत अच्छी लगी क्योंकि हमारे यहाँ का मतलब ऐसे है कि सालों बीत जाते हैं इस टेबल से उस टेबल फाइल घूमने के लिए, लेकिन यहाँ हमने मोदी जी से कहा और उन्होंने इमीडिएटली कहा कि ओके पीनट है सरकार के लिए, हमने ले लिया। और फिर इस तरह से महाराष्ट्र सरकार उसमें इन्वॉल्व हो गई क्योंकि महाराष्ट्र से बाबा साहब थे, तो उन्होंने कहा कि हमें मौका दे दीजिए। तो फिर महाराष्ट्र की सरकार को दे दिया, बाकी की सारा प्रोसेस जो है महाराष्ट्र सरकार से किया। उसमें भी हम लोगों ने काफी सारा कुछ अटोले साहब आए, हमारे बहुत सारे IAS ऑफिसर है जैसे सुबोध चंद्र राम जी है, हमारे RD सिंधे है,
वो कौन गायकवाड़ गायकवाड़ जी है। गायकवाड़ जी ने भी काफी सारा काम किया है उसके अंदर, भागदौड़ की, क्योंकि पेपर्स बनाना एक्चुअली जो सही काम है, जैसे कि मोदी जी अगर नहीं चाहते तो बिल्कुल भी नहीं होता। तो मोदी जी को मनाने का काम हमने किया जी। तो ये मेरे ख्याल से बहुत बड़ी बात है। जब मोदी जी मान गए हैं तो उसके बाद में पेपर वर्क बनाना तो ये तो फिर ठीक है, वो तो बनाना ही बनाना है, कोई भी कर सकता है, और वो हमारे लोगों ने किया। लंदन में यहाँ गौतम जी ने भी काफी उसका प्रोसेस को उसको मतलब फॉलो अप किया, वहाँ जे वो कौन गायकवाड़ जी ने फॉलो अप किया। और मेन रोल जो है, तो जब सारे लोग कहने लगे हमने किया, तो मोदी जी को सैल्यूट है कि उन्होंने कहा कि भाई मैं तो किसी के पास कहने नहीं जा रही थी कि मैंने किया, लेकिन मोदी जी ने सारी पब्लिक में हाँ उसमें स्टैंप लगा दी कि अगर कल्पना सरोज ना होती, हम तो भैया सो रहे थे, हमारे कानों पे आवाज आई और हमने ये घर खरीद लिया, तो इसका सारा श्रेय जो है वो सिर्फ और सिर्फ कल्पना सरोज को जाता है। थैंक यू कल्पना जी, बहुत बहुत। देखो ਜਿਹੜੀ ਗੱਲ ਅਸੀਂ ਜਦੋਂ ਗੱਲ ਕਰਦੇ ਆ, ਅਸੀਂ ਕਿਸੇ ਵੀ ਗਵਰਨਮੈਂਟ ਦੀ, ਚਾਹੇ ਉਹ ਅੱਜ ਕੱਲ੍ਹ ਦੀ ਗਵਰਨਮੈਂਟ ਹੋ ਜਾਂ ਮੌਜੂਦਾ ਗਵਰਨਮੈਂਟ ਜਿਹੜੀ ਆ ਜਾਂ ਪਹਿਲਾਂ ਦੀ ਗਵਰਨਮੈਂਟ ਹਨ, ਜਿਹੜੀਆਂ ਮਰਜ਼ੀ ਗਵਰਨਮੈਂਟਸ ਹੋਣ, ਜਿਨ੍ਹਾਂ ਨੇ ਜੋ ਕੰਮ ਕੀਤੇ ਹਨ, ਚਾਹੇ ਉਹ ਚੰਗੇ ਹਨ ਚਾਹੇ ਮਾੜੇ। ਜੇ ਬਾਬਾ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਉਹ ਜਿਸ ਨੇ ਵੀ ਜਗ੍ਹਾ ਖਰੀਦੀ ਹੈ, ਚਾਹੇ ਉਹ ਪ੍ਰਾਈਮ ਮਿਨਿਸਟਰ ਮੋਦੀ ਸੀ, ਚਾਹੇ ਮਨਮੋਹਨ ਸਿੰਘ ਸੀ, ਚਾਹੇ ਕੋਈ ਹੋਰ ਆ ਜਾਏ, ਜਿਹੜਾ ਵੀ ਚੀਜ਼ ਜਿਸ ਚੀਜ਼ ਨੂੰ ਖਰੀਦੇਗਾ ਉਸ ਦਾ ਹੀ ਨਾਮ ਬੋਲੇਗਾ ਉੱਥੇ, ਚਾਹੇ ਉਹ ਕੋਈ ਵੀ ਹੋ, ਚਾਹੇ ਕਿਸੇ ਪਾਰਟੀ ਦਾ ਵੀ ਹੋ, ਰੂਲਰ ਹੋ ਜਾਂ ਨਾ ਰੂਲਰ ਹੋ, ਤਾਂ ਜਿੱਦਾਂ ਵੀ ਹੋਵੇ ਉਸ ਦਾ ਨਾਮ ਬੋਲਿਆ ਜਾਂਦਾ ਹੈ। ਇਹ ਅਸੀਂ ਇਹ ਨਹੀਂ ਕਿ ਕਿਸੇ ਪਾਰਟੀ ਨੂੰ ਪ੍ਰਮੋਟ ਕਰਨ ਦੇ ਲਈ ਅਸੀਂ ਇੱਥੇ ਬੈਠੇ ਹਾਂ, ਅਸੀਂ ਉਹ ਗੱਲ ਕਰਨੀ ਆ ਜਿਹੜੀ ਰਿਐਲਿਟੀ ਦੇ ਵਿੱਚ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਸਾਡੇ ਕੋਲ ਹੈਗੀ ਆ, ਅਸੀਂ ਉਹ ਗੱਲ ਨੂੰ ਅਸੀਂ ਅੱਗੇ ਕਰਨਾ ਆ, ਚਾਹੇ ਉਹ ਕੋਈ ਵੀ ਹੋ, ਕਿਉਂਕਿ ਸਾਡੇ ਪ੍ਰਾਈਮ ਮਿਨਿਸਟਰ ਆ, ਇੰਡੀਆ ਦੇ ਪ੍ਰਾਈਮ ਮਿਨਿਸਟਰ ਹਨ। ਚਾਹੇ ਅੱਜ ਕੀ ਭਾਰਤ ਦੇਸ਼ ਦੇ ਵਿੱਚ ਹੋ ਰਿਹਾ, ਸਾਡੇ ਨਾਲ ਕੀ ਹੋ ਰਿਹਾ ਜਾਂ ਕੀ ਹੋ ਰਿਹਾ, ਉਹ ਦੂਸਰੀ ਗੱਲ ਆ ਜਾਂਦੀ ਬਾਅਦ ਦੇ ਵਿੱਚ। ਜਦੋਂ ਉਸ ਮੁੱਦੇ 'ਤੇ ਅਸੀਂ ਗੱਲ ਕਰਾਂਗੇ, ਅਸੀਂ ਉਹਨਾਂ ਨੂੰ ਉਸ ਚੀਜ਼ ਦੇ ਲਈ ਕੰਡੈਮ ਵੀ ਕਰਾਂਗੇ, ਅਸੀਂ ਇਹ ਨਹੀਂ ਕਿ ਪਿੱਛੇ ਹਟਾਂਗੇ। ਚੌਹਾਨ ਜੀ, ਤੁਸੀਂ ਜੋ ਗੀਤ ਸੁਣਿਆ ਉਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਡਾਂਗ ਸੋਟਾ ਨੇ ਚੁੱਕੀ ਤਲਵਾਰ ਭੀਮ ਨੇ। ਸਭ ਤੋਂ ਪਹਿਲਾਂ ਆਜ਼ਾਦ ਟੀਵੀ ਨੂੰ ਦੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਜੈ ਗੁਰਦੇਵ, ਧੰਨ ਗੁਰਦੇਵ। ਤੁਸੀਂ ਇੱਕ ਅੱਜ ਅਸੀਂ ਬਾਬਾ ਸਾਹਿਬ ਦੀ ਜਯੰਤੀ ਬਾਰੇ, ਮੈਂ ਉਸ ਭਜਨ ਤੋਂ ਪਹਿਲਾਂ ਮੈਂ ਮੇਰੇ ਨਾਲ ਬੈਠੇ ਮੇਰੀ ਬੜੀ ਖੁਸ਼ਕਿਸਮਤੀ ਹੈ ਕਲਪਨਾ ਸਰੋਜ ਜੀ, ਪਦਮ ਸ਼੍ਰੀ ਹੈ, ਡਾਕਟਰ ਹੈ, ਔਰ ਤੁਸੀਂ ਇਹਨਾਂ ਨੇ ਸੁਣਿਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਐਕਟੀਵਿਟੀਜ਼, ਇਹਨਾਂ ਦੀ ਮੈਂ ਇੱਕ ਜ਼ਰੂਰ ਗੱਲ ਇਹ ਦੱਸਣਾ ਚਾਹੁੰਦਾ ਵੀ ਕਿਸ ਲੈਵਲ ਤੋਂ ਉੱਠ ਕੇ ਕਿੰਨੀ ਗਰੀਬੀ ਦੇ ਵਿੱਚ, ਜੋ ਉਸ ਵੇਲੇ ਇੱਕ ਪੜ੍ਹਨ ਦੇ ਲਈ ਇਹਨਾਂ ਦੇ ਕੋਲ ਪੈਸਾ ਨਹੀਂ ਸੀ, ਇੰਨੀ ਗਰੀਬੀ ਤੋਂ ਉੱਠ ਕੇ ਇਸ ਲੈਵਲ 'ਤੇ ਆਏ, ਜਿੱਥੇ ਕਿ ਮੋਦੀ ਜੀ ਨੇ ਵੀ ਇਹਨਾਂ ਨੂੰ ਇੱਕ ਕ੍ਰੈਡਿਟ ਦਿੱਤਾ ਵੀ ਜਿਤਨਾ ਕੰਮ ਜਿਹੜਾ ਕਲਪਨਾ ਸਰੋਜ ਜੀ ਕਰ ਰਹੇ ਉਹ ਕਿਸੇ ਨੇ ਨਹੀਂ ਕੀਤਾ। ਬਾਬਾ ਸਾਹਿਬ ਦਾ ਚਾਹੇ ਘਰ ਹੈ, ਵੈਸੇ ਤੁਹਾਨੂੰ ਦੇਖਿਆ ਜਾਵੇ ਇਹ ਵੈਸੇ ਅਸੀਂ ਕਈ ਗੱਲਾਂ ਸਾਨੂੰ ਪਤਾ ਨਹੀਂ, ਇਹਨਾਂ ਦੀ ਉੱਥੇ ਬੰਬੇ ਦੇ ਵਿੱਚ ਬੜੀ, ਮਹਾਰਾਸ਼ਟਰ ਦੇ ਵਿੱਚ ਬੜੀ ਐਕਟੀਵਿਟੀ ਹੈ, ਸਮਾਜ ਸੇਵੀ ਹਨ, ਬਹੁਤ ਕੰਮ ਕਰ ਰਹੇ ਹਨ। ਔਰ ਆਜ਼ਾਦ ਟੀਵੀ ਦੇ ਰਾਹੀਂ ਸਾਡੀ ਬਹੁਤ, ਅਸੀਂ ਇਹਨਾਂ ਨੂੰ ਇੱਕ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਣੇ ਬਹੁਤ ਹੀ ਯਾਨੀ ਕਿ ਮਸ਼ਰੂਫ ਲਾਈਫ ਦੇ ਵਿੱਚੋਂ ਉਹ ਤੇ ਗੋਰੇ ਸਾਹਿਬ ਅੱਜ ਇੱਥੇ ਸਾਡੇ ਕੋਲ ਬੈਠੇ ਹਨ, ਅਤੇ ਮੈਂ ਇਹਨਾਂ ਨੂੰ ਆਜ਼ਾਦ ਟੀਵੀ ਵੱਲੋਂ, ਕਲੇਰ ਸਾਹਿਬ ਵੱਲੋਂ, ਆਪਣੇ ਵੱਲੋਂ, ਸਾਰੀ ਟੀਮ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ। ਜਦੋਂ ਕਦੇ ਇੱਕ ਮੈਂ ਜ਼ਰੂਰ ਮੈਸੇਜ ਦੇਣਾ ਚਾਹੁੰਦਾ, ਆਜ਼ਾਦ ਟੀਵੀ ਰਾਹੀਂ ਅਸੀਂ ਇੰਡੀਪੈਂਡੈਂਟ, ਅਸੀਂ ਤੁਸੀਂ ਇਹ ਦੇਖ ਲਓ ਅੱਜ ਬਾਬਾ ਸਾਹਿਬ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਬਾਬਾ ਸਾਹਿਬ ਨੇ ਜੋ ਕੁਛ ਕੀਤਾ, ਅਸੀਂ ਚਾਹੁੰਦੇ ਹਾਂ ਵੀ ਕਮਿਊਨਿਟੀ ਨੂੰ ਇੱਕ ਮੈਸੇਜ ਆਵੇ, ਕਮਿਊਨਿਟੀ ਨੂੰ ਕਿਸ ਤਰੀਕੇ ਨਾਲ ਬਾਬਾ ਸਾਹਿਬ ਨੇ, ਅੱਜ ਮੈਂ ਇਹ ਗੱਲ ਜ਼ਰੂਰ ਦੁੱਖ ਦੇ ਨਾਲ ਕਹਿਣਾ ਚਾਹੁੰਦਾ ਹੈ, ਅੱਜ ਜਿੰਨੇ ਵੀ ਬਾਬਾ ਸਾਹਿਬ ਦੇ ਚਾਹੇ ਪੈਰੋਕਾਰ ਹਨ, ਮੰਨਣ ਵਾਲਿਆਂ, ਜੋ ਬਾਬਾ ਸਾਹਿਬ ਨੇ ਸਾਡੇ ਲਈ ਕੀਤਾ, ਅਸੀਂ ਉਹਦੇ ਲਈ ਕੁਛ ਮੇਰੇ ਖਿਆਲ ਕੰਮ ਕਰ ਰਹੇ ਹਾਂ, ਪਰ ਉਸ ਲੈਵਲ 'ਤੇ ਨਹੀਂ ਕਰ ਰਹੇ ਜਿੰਨਾ ਹੋਣਾ ਚਾਹੀਦਾ ਸੀ। ਬਾਬਾ ਸਾਹਿਬ ਨੂੰ ਤੁਸੀਂ ਇਹ ਦੇਖ ਲਓ ਕਿਸ ਲੈਵਲ 'ਤੇ ਗਰੀਬੀ ਤੋਂ ਉੱਠ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਾ ਕੇ ਇੱਕ ਕੋਲੰਬੋ ਯੂਨੀਵਰਸਿਟੀ ਬੋਧੋ ਇੰਗਲੈਂਡ ਦੇ ਸਕੂਲ ਇਕਨੋਮਿਕਸ ਵਿੱਚ ਆ ਕੇ ਉਹਨੇ ਪੜ੍ਹੀ ਕੀਤੀ, ਔਰ ਬੜੀ ਉਹਨਾਂ ਨੇ ਕਠਿਨਾਈਆਂ ਵੀ ਝੱਲੀਆਂ। ਕਦੀ ਅਸੀਂ ਸੋਚਿਆ ਇਹਦੇ ਬਾਰੇ ਵੀ ਜਿਸ ਜਿਹੜੇ ਕਿ ਇੱਕ ਸੱਜਣ ਦੀ ਕਿਰਪਾ ਦੇ ਨਾਲ, ਜਿਸ ਇੱਕ ਉਸ ਇਨਸਾਨ ਦੀ ਕਿਰਪਾ ਦੇ ਨਾਲ, ਮਿਹਰਬਾਨੀ ਦੇ ਨਾਲ ਅੱਜ ਅਸੀਂ ਸਾਰੇ ਹੀ ਇੰਜੋਏ ਕਰ ਰਹੇ ਹਾਂ। ਕਦੀ ਇੱਕ ਸੋਚਿਆ ਵੀ ਉਹ ਸੱਜਣ, ਉਹ ਇੱਕ ਮਹਾਂਪੁਰਸ਼, ਉਹ ਇੱਕ ਨੇ ਕੀ ਕੁਛ ਕੰਮ ਨਹੀਂ ਕੀਤਾ। ਅਸੀਂ ਇਹਦੇ ਵਿੱਚ ਜ਼ਰੂਰ ਹੈ ਬਾਬਾ ਸਾਹਿਬ ਦੀ ਜਯੰਤੀਆਂ ਵੀ ਮਨਾਉਂਦੇ ਹਾਂ। ਬਾਬਾ ਸਾਹਿਬ ਦੇ ਅਸੀਂ ਉਹਨਾਂ ਦੇ ਨਾਂ ਨੂੰ ਲੈ ਕੇ ਅਸੀਂ ਆਪਣੇ ਕਈ ਵਾਰੀ ਆਪਣਾ ਬੜਾ ਕੁਛ, ਆਪਣਾ ਬਿਜ਼ਨਸ ਕਹਿ ਲਓ, ਕੁਛ ਕਹਿ ਲਓ, ਆਪਣਾ ਕੁਛ ਕਈ ਕੁਛ ਕਰ ਰਹੇ ਹਾਂ, ਪਰ ਜੋ ਬਾਬਾ ਸਾਹਿਬ ਦੀ ਰਿਐਲਿਟੀ, ਜੋ ਬਾਬਾ ਸਾਹਿਬ ਨੇ ਸਾਨੂੰ ਦਿੱਤਾ, ਅੱਜ ਤੁਹਾਨੂੰ ਪਤਾ ਕਿ ਜੇ ਸੰਵਿਧਾਨ ਨਾ ਹੁੰਦਾ, ਉਸ ਵੇਲੇ ਜਿਹੜੇ ਹਾਲਾਤ ਸੀ, ਬਾਬਾ ਸਾਹਿਬ ਨੂੰ
ਇਹ ਬਾਬਾ ਸਾਹਿਬ ਤੁਸੀਂ ਇਹ ਦੇਖ ਲਓ, ਜਦੋਂ ਉਹ ਆਪਣੇ ਪਿਤਾ ਜੀ ਨੂੰ ਮਿਲਣ ਗਏ, ਮੈਂ ਅੱਜ ਪੜ੍ਹ ਰਿਹਾ ਸੀਗਾ, ਉਸ ਵੇਲੇ ਸਟੇਸ਼ਨ ਤੇ ਜਦੋਂ ਲੇਟ ਹੋ ਗਏ, ਉਸ ਵੇਲੇ ਉਹਨਾਂ ਨੂੰ ਕੋਈ ਵੀ ਟੈਕਸੀ ਵਾਲਾ ਜਾਂ ਕੋਈ ਵੀ ਉਹਨਾਂ ਨੂੰ ਉੱਥੇ ਲੈ ਕੇ ਜਾਣ ਨੂੰ ਤਿਆਰ ਨਹੀਂ ਸੀ। ਉਹਨਾਂ ਨੇ ਦੇਖਿਆ ਉਸ ਵੇਲੇ ਬੈਲ ਗਾੜੀ ਹੁੰਦੀ ਸੀ, ਉਹਨਾਂ ਨੇ ਬੈਲ ਗਾੜੀ ਹਾਇਰ ਕੀਤੀ। ਇਹ ਦੇਖਣ ਵਾਲੀ ਗੱਲ ਹੈ ਕਿ ਉਹ ਬੈਲ ਗਾੜੀ ਵਾਲਾ ਬੰਦਾ ਜਿਹੜਾ ਕਿ ਉਹਨਾਂ ਨੂੰ ਬਿਠਾਲ ਕੇ ਆਪ ਨਾਲ ਤੁਰ ਕੇ ਜਾ ਰਿਹਾ ਵੀ ਮੈਂ ਕਿ ਭ੍ਰਿਸ਼ਟ ਨਾ ਹੋ ਜਾਵਾਂ। ਉਹਨਾਂ ਨੇ ਡਬਲ ਪੈਸੇ ਦੇ ਕੇ ਉਹਨਾਂ ਨੂੰ ਕੰਮ ਕੀਤਾ। ਅਖੀਰ 'ਤੇ ਜਾ ਕੇ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਡਬਲ ਪੈਸੇ ਇਸ ਕਰਕੇ ਚਾਹੀਦੇ ਹਨ ਵੀ ਜਿਹੜੇ ਕਿ ਸ਼ਡਿਊਲ ਕਾਸਟ ਜਾਂ ਅਨਟੱਚੇਬਲ ਉਸ ਵੇਲੇ ਵੈਲ ਡਰੈਸ ਸਨ, ਉਹ ਮੇਰੀ ਗੱਡੀ ਦੇ ਵਿੱਚ ਬੈਠ ਕੇ ਉਸ ਤੋਂ ਬਾਅਦ ਮੈਂ ਇਹਦੀ ਪੂਜਾ ਪਾਠ ਕਰਾਉਣੀ ਹੈ, ਇਹਨੂੰ ਮੈਂ ਧੋਣਾ, ਇਸ ਦਾ ਡਬਲ ਪੈਸੇ। ਉਹ ਹਾਲਾਤ ਸੀ। ਅੱਜ ਤੁਸੀਂ ਦੇਖ ਲਓ ਉਹਨਾਂ ਹਾਲਾਤਾਂ ਦੇ ਵਿੱਚ ਬਾਬਾ ਸਾਹਿਬ ਨੇ ਇੰਨਾ ਕੁਝ ਕੀਤਾ, ਅਤੇ ਅੱਜ ਦੇ ਹਾਲਾਤਾਂ ਵਿੱਚ ਜੇ ਉਹ ਨਾ ਕੁਛ ਸਾਡੇ ਕੋਲ ਹੁੰਦਾ, ਕੌਨਸਟੀਟਿਊਸ਼ਨ ਨਾ ਕੁਛ ਹੁੰਦਾ, ਬਾਬਾ ਸਾਹਿਬ ਦੀ ਦੇਣ ਸਾਨੂੰ ਨਾ ਹੁੰਦੀ, ਅਸੀਂ ਉਹ ਉਹਦੇ ਹੁੰਦੇ ਬਾਵਜੂਦ ਵੀ ਅੱਜ ਅਸੀਂ ਕਿੰਨਾ ਕੁਛ ਚੱਲ ਰਹੇ ਹਾਂ। ਇਸ ਕਰਕੇ ਆਜ਼ਾਦ ਟ੍ਰਿਬਿਊਨਲ ਸਾਡਾ ਇੱਕ ਹਮੇਸ਼ਾ ਕੋਸ਼ਿਸ਼ ਹੈ ਵੀ ਭੈਣਾਂ ਭਰਾਵਾਂ ਨੂੰ ਇੱਕ ਮੈਸੇਜ ਦਿੱਤਾ ਜਾਵੇ, ਭੈਣਾਂ ਭਰਾਵਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਕਿ ਅਸੀਂ ਜਾਗ ਕੇ ਇੱਕ ਹੱਲਾ ਮਾਰੀਏ। ਹੱਲਾ ਬੋਲਣ ਵਾਲੀ ਗੱਲ ਹੈ ਜੀ। ਧੰਨਵਾਦ ਜੀ ਚੌਹਾਨ ਜੀ, ਬਹੁਤ ਬਹੁਤ। ਅਤੇ ਕਿਉਂਕਿ ਕਲਪਨਾ ਜੀ ਨਾਲ ਅਸੀਂ ਅੱਜ ਗੱਲਬਾਤ ਕਰਨੀ ਹੈ, ਇਸ ਕਰਕੇ ਅਸੀਂ ਟਾਈਮ ਥੋੜ੍ਹਾ ਜਿਹਾ ਉਹਨਾਂ ਨੂੰ ਜ਼ਿਆਦਾ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ, ਅਤੇ ਉਹ ਪੈਰ ਦੀ ਜੁੱਤੀ ਅੱਜ ਤਾਜ ਪਹਿਨ ਰਹੀ ਆ। ਕੋਈ ਵੀ ਸਾਡੇ ਭਾਰਤ ਦੇਸ਼ ਦੀ ਨਾਰੀ ਜਿਹੜੀ ਆ ਉਹ ਕਿਸ ਕਰਕੇ ਅੱਜ ਤਾਜ ਪਹਿਨ ਰਹੀ ਹੈ, ਕਿਸ ਕਰਕੇ ਉਹ ਉੱਚੇ ਉੱਚੇ ਅਹੁਦਿਆਂ 'ਤੇ ਜਾ ਰਹੀ ਹੈ, ਕਿ ਸਿਰਫ ਤੇ ਸਿਰਫ ਬਾਬਾ ਸਾਹਿਬ ਦੀ ਦੇਣ। ਜੇ ਬਾਬਾ ਸਾਹਿਬ ਸੰਵਿਧਾਨ ਨਾ ਦਿੰਦੇ ਤੇ ਹੋ ਸਕਦਾ ਇਹ ਜਿਹੜੀ ਕੋਈ ਵੀ ਸਾਡੇ ਭਾਰਤ ਦੇਸ਼ ਦੀ ਨਾਰੀ ਆ ਜਾਂ ਔਰਤ ਆ, ਉਹ ਕਦੀ ਵੀ ਕਿਸੇ ਵੀ ਸਟੇਜ ਦੇ ਉੱਤੇ ਜਾਂ ਕਿਸੇ ਵੀ ਪਦ ਦੇ ਉੱਤੇ ਨਾ ਬੈਠ ਸਕਦੀ। ਕਲਪਨਾ ਜੀ, ਇੱਕ ਇਹ ਵੀ ਇੱਕ ਸਿਰਾ ਜਾਂਦਾ ਆ ਆਪ ਨੂੰ ਤੁਹਾਨੂੰ ਕਿ ਬਾਬਾ ਸਾਹਿਬ ਦਾ ਸੰਵਿਧਾਨ ਜਿਹੜਾ ਆ ਤੁਸੀਂ ਉਸ ਨੂੰ ਫੋਲੋ ਕਰਦਿਆਂ ਹੋਇਆਂ ਤੁਸੀਂ ਅੱਜ ਇਸ ਸਟੇਜ ਦੇ ਉੱਤੇ ਬੈਠੇ ਹੋ ਕਿ ਅੱਜ ਦੁਨੀਆ ਤੁਹਾਨੂੰ ਤੁਹਾਡਾ ਨਾਂ ਲੈ ਕੇ ਗੱਲ करती है। जी, एक्चुअली मैं डॉक्टर बाबा साहब आम्बेडकर के विचारों से प्रेरित हूँ और वही मेरी प्रेरणा है और उन्हीं प्रेरणा से मैं आगे बढ़ी हूँ। क्योंकि डॉक्टर बाबा साहब आम्बेडकर ना होते तो शायद मैं ना होती और ना ही मैं यहाँ होती, ना मैं डॉक्टर होती, ना मैं पद्मश्री होती, ना मैं उद्योजक होती, कुछ भी नहीं होती। क्योंकि डॉक्टर बाबा साहब आम्बेडकर ने जो महिलाओं के अधिकारों के लिए, उनके हक के लिए हिंदू कोड बिल को लाया, उनके हक की लड़ाई लड़ी, तभी जाकर आज महिलाएं जो है वो हर क्षेत्र में आगे बढ़ रही है। कोई ऐसा क्षेत्र नहीं है जहाँ पे हमारी महिलाएं आगे नहीं बढ़ रही है। बाबा साहब की पुण्याई की वजह से मेरे देश की प्राइम मिनिस्टर बन सकी एक महिला, मेरे देश की प्राइम मिनिस्टर राष्ट्रपति बन सकी एक महिला, और कौन सा ऐसा क्षेत्र है जहाँ पर हमारी महिलाएं नहीं है। तो ये सारा का सारा श्रेय अगर किसी को जाता है तो सिर्फ और सिर्फ डॉक्टर बाबा साहब अम्बेडकर को। जी कल्पना जी, जब जिस तरह के ਤੁਹਾਨੂੰ बुद्ध ਦੀ बेटी थाईलैंड ਵਾਲਿਆਂ ਨੇ ਆਪ ਨੂੰ ਅਵਾਰਡ ਦਿੱਤਾ, ਤੇ ਮੈਂ ਸੁਣਿਆ ਕਿ ਥਾਈ ਲੈਂਗੁਏਜ ਦੇ ਵਿੱਚ ਤੁਹਾਡੇ ਉੱਤੇ ਸੌਂਗ ਵੀ ਬਣੇ ਹਨ, ਕਿ ਉਹਦੇ ਵਿੱਚ ਕੋਈ ਤੁਸੀਂ ਦੱਸ ਸਕਦੇ ਹੋ ਕਿਸ ਤਰ੍ਹਾਂ ਦਾ ਸੌਂਗ ਹੈ ਕੋਈ? जी हाँ जी, एक्चुअली मैं बड़ी नसीब वाली हूँ कि एक थाईलैंड जैसे देश में जो बुद्धिस्ट राष्ट्र है, वहाँ पर वो जो बड़े मंक होते हैं, जो राजा के मंक जिनको कहा जाएगा, राजगुरु जिसको कहा जाएगा, इस तरह के मंक ने मेरे ऊपर गाना लिखना, मेरे ख्याल से ये मेरी बहुत बड़ी बात है। तो उस गाने के बोल इस तरह से थे कि बुद्ध की बेटी बोलकर उन्होंने हाँ जी, बोलो जैसे भी, हाँ ठीक है। क्या बोल थे अभी कुछ याद नहीं मुझे आ रहे हैं, लेकिन बड़े ही प्यारे बोल थे। कभी मतलब इस तरह से पूछा जाएगा, याद नहीं था मुझे, वरना मैं जरूर बोल दूंगी। तो ये बड़ी भाग्य की बात रही। और दूसरी बात ये रही कि थाईलैंड में मुझे 2 पुरस्कार जो मिले हैं वो बुद्ध के नाम पर मिले हैं, जिसकी जो ये है वो पद्मश्री से कोई कम नहीं है। बुद्धा कुनुपाकन इस अवार्ड का नाम है। तो और एक बुद्धा लीडर, लैंग्वेज की प्रॉब्लम पड़ जाती है, लैंग्वेज की प्रॉब्लम पड़ जाती है जी। तो इस तरह से 2 अवार्ड मुझे वहाँ पर मिले। और मैंने बहुत सारा, मतलब मैं बुद्धिज्म के लिए बहुत सारा काम करती हूँ, क्योंकि विश्व में शांति अगर लानी है तो शांति के लिए अपने ਕਲਪਨਾ ਜੀ, ਤੁਸੀਂ ਹੁਣ ਲੰਡਨ 'ਚ ਕੱਲ੍ਹ ਪਰਸੋਂ 2 ਦਿਨ ਪਹਿਲਾਂ ਆਏ ਆ ਜੀ, ਤੇ ਤੁਹਾਨੂੰ ਮੈਂ ਫੋਨ ਕੀਤਾ ਤੇ ਤੁਸੀਂ ਹੁਣ ਅੱਜ ਟੈਕਸੀ ਕਰਕੇ ਇੱਥੇ ਪਹੁੰਚੇ ਆਪਣੇ ਖਰਚੇ ਦੇ ਉੱਤੇ। ਦੇਖੋ, ਇੰਡੀਆ ਤੋਂ ਆ ਕੇ ਇੰਗਲੈਂਡ ਦੇ ਵਿੱਚ ਆ ਕੇ ਆਪਣੀ ਟੈਕਸੀ ਕਰਕੇ ਸਾਡੇ ਸਟੂਡੀਓ ਦੇ ਵਿੱਚ ਆਉਣਾ, ਇੱਕ ਇਹ ਵੀ ਬਹੁਤ ਵੱਡੀ ਗੱਲ ਆ ਸਾਡੇ ਲਈ, ਥੋੜ੍ਹੀ ਜਿਹੀ ਘਾਟੇ ਵਾਲੀ ਗੱਲ ਹੈ ਕਿ ਸਾਡਾ ਫਰਜ਼ ਬਣਦਾ ਸੀ ਅਸੀਂ ਇਹਨਾਂ ਨੂੰ ਲੈ ਕੇ ਆਉਂਦੇ, ਲੇਕਿਨ ਸਾਡੇ ਵਿੱਚ ਆਪਸ ਵਿੱਚ ਹੀ ਕੋਈ ਮੇਲ ਤਾਲ ਨਹੀਂ ਹੋ ਸਕਿਆ ਫੋਨ ਦੇ ਉੱਤੇ, ਕੰਮ ਦੇ ਉੱਤੋਂ ਬਿਜ਼ੀ ਹੋਣ ਕਰਕੇ। ਤੇ ਅਸੀਂ ਤੁਹਾਡੇ ਕੋਲੋਂ ਅਪੋਲੋਜਾਈਜ਼ ਵੀ ਕਰਦੇ ਹਾਂ, ਤੇ ਲੇਕਿਨ ਅਸੀਂ ਇਸ ਕਰਕੇ ਅਪੋਲੋਜੀ ਵੀ ਨਹੀਂ ਕਿ ਸਾਡੀ ਕਿ ਸਾਡੇ ਭੈਣ ਭਰਾ ਆ ਅਸੀਂ ਤੇ
ਤੁਸੀਂ ਆਪ ਹੀ ਕਹੇ ਤਾਂ ਕੋਈ ਗੱਲ ਨਹੀਂ, ਠੀਕ ਹੈ ਕਿ ਜੀ, ਨਹੀਂ। ਅਸੀਂ ਜੀ, ਫੇਰ ਵੀ ਬਿਲਕੁਲ, ਤੁਹਾਡਾ ਬਿਲਕੁਲ। ਥੈਂਕ ਯੂ ਕਰਦੇ ਹਾਂ ਕਿ ਤੁਸੀਂ ਸਟੂਡੀਓ 'ਚ ਆ ਕੇ ਸਾਡੇ ਜੋ ਵਿਊਅਰ ਹੈ ਇਸ ਵੇਲੇ ਵਰਲਡ ਵਾਈਡ ਸਾਡੇ ਜਿਹੜੇ ਦੇਖ ਰਹੇ ਆ ਉਹਨਾਂ ਦੇ ਤੁਸੀਂ ਰੂਬਰੂ ਹੋ ਰਹੇ ਆ। ਇੱਕ ਭਾਰਤ ਦੇਸ਼ ਦੀ ਨਾਰੀ, ਇੱਕ ਔਰਤ ਸਾਡੇ ਸਮਾਜ ਦੀ, ਉਹ ਵੀ ਇੱਕ ਐਸੇ ਪਦਵੀ ਦੇ ਉੱਤੇ ਬੈਠੀ ਅੱਜ ਮੁੰਬਈ ਦੇ ਵਿੱਚ ਉਸ ਟ੍ਰੇਡ ਦੇ ਵਿੱਚ ਬੈਠੀ ਆ ਕਿ ਜਿਹੜੇ ਵਿੱਚ ਬੜੇ ਜਿਹੜੇ ਉੱਥੇ ਦੇ ਲੋਕ ਆ ਜਿਹੜੇ ਪੈਸੇ ਵਾਲੇ ਹਨ ਉਹਨਾਂ ਦਾ ਟ੍ਰੇਡ ਹੈ, ਤੇ ਜਿਹਨੂੰ ਇਹ ਵੀ ਆਪਣੇ ਟ੍ਰੇਡ ਦੇ ਮੁਤਾਬਕ ਮੈਂ ਨਾਂ ਨਹੀਂ ਲੈ ਸਕਦਾ ਕੰਪਨੀ ਦਾ, ਇਸ ਕਰਕੇ ਮੈਂ ਟ੍ਰੇਡ ਕਹਿ ਰਿਹਾ ਕਿ ਉਸ ਦੇ ਵਿੱਚ ਇਹਨਾਂ ਦਾ ਬਹੁਤ ਹੀ ਯੋਗਦਾਨ ਹੈ। ਉਸ ਰੋਡ ਦੇ ਉੱਤੇ ਜਿੱਥੇ ਬੜੇ ਜਿਹੜੇ ਤਵੰਜਰ ਜਿਹੜੇ ਬੈਠੇ ਬੜੇ ਜਿਹੜੇ ਬਿਜ਼ਨਸਮੈਨ ਬੈਠੇ ਆ ਉਹਨਾਂ ਦੇ ਸਾਹਮਣੇ ਇਹਨਾਂ ਦਾ ਆਪਣਾ ਆਫਿਸ ਆ। ਤੇ ਅਸੀਂ ਉਸ ਦੇ ਬਾਰੇ, ਕਿਹੜੀ ਰੋਡ ਦੇ ਉੱਤੇ ਤੁਹਾਡਾ ਆਫਿਸ ਹੈ ਜੀ? एक्चुअली मेरे कंपनी के नाम पर जो रोड है वो रामजी भाई कमानी रोड और कुर्ला कमानी रोड, रामजी कमानी रोड। तो जो मेरी कंपनी का नाम है कमानी, और उस कमानी में नेहरू जी आया करते थे। अच्छा जी। जहाँ मेरी ऑफिस है वहाँ नेहरू जी अक्सर आकर बैठा करते थे। आज भी बड़े पोर्ट्रेट वहाँ पे लगे हुए हैं। तो उस तरफ अंबानी की, और इसका वाडिया जी का ऑफिस उस तरफ है, लेकिन नाम जो है, हाँ, नाम जो है वो मेरी कंपनी के नाम से है। और ये बाबा साहब की पुण्य ही है कि मतलब मुंबई जैसे शहर में एक दलित की बेटी आकर, हाँ जी, अगर वहाँ उसके पर नाम पे रोड हो, उसके कंपनी के नाम पे रोड हो, और इतना बड़ा उसका ऑफिस है। मेरी खुद की 2 बिल्डिंग है वहाँ पर, सिर्फ ऑफिस नहीं है, 2 बिल्डिंग अपनी है वहाँ पर, जिसमें ग्राउंड फ्लोर पे मेरा ऑफिस है। और काफी मतलब काफी ऊंचाइयां अगर हमने छुई है तो वो सिर्फ बाबा साहब के विचारों की। ठीक है कल्पना जी, देखो जिन्होंने उन्होंने दस्सिया कि उन्होंने कंपनी के नाम के उत्ते उस रोड का नाम है, ਜਦੋਂ ਕਿ ਉੱਥੇ ਬਹੁਤ बड़े बिजनेसमैन बैठे हैं। ਇਸ ਦੇ ਵਿੱਚ ਸਾਨੂੰ ਇਹ ਮਾਣ ਮਹਿਸੂਸ ਹੁੰਦਾ ਹੈ ਕਿ ਇੱਕ ਬਾਬਾ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਲਿਖਿਆ, ਜਿਨ੍ਹਾਂ ਨੇ ਹਰੇਕ ਇਨਸਾਨ ਨੂੰ ਬਰਾਬਰ ਦਾ ਹੱਕ ਵੋਟ ਦੇ ਕੇ ਬਰਾਬਰ ਕਰ ਦਿੱਤਾ। ਲੇਕਿਨ ਅਸੀਂ ਵੋਟ ਪਾਉਣ ਵੇਲੇ ਬੇਸ਼ੱਕ ਅਸੀਂ ਅੱਗੇ ਪਿੱਛੇ ਹੋ ਜਾਂਦੇ ਹਾਂ, ਲੇਕਿਨ ਅਸੀਂ ਵੋਟ ਪਾ ਕੇ ਰਾਜੇ ਮਹਾਰਾਜੇ ਬਣਨਾ ਜਾਂ ਅਸੀਂ ਦੂਸਰਿਆਂ ਨੂੰ ਰਾਜੇ ਮਹਾਰਾਜੇ ਬਣਾਉਣਾ ਆ, ਇਹ ਸਾਡੇ ਉੱਤੇ ਨਿਰਭਰ ਕਰਦਾ ਹੈ। ਚੌਹਾਨ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਕਹਿੰਦਾ ਤੁਸੀਂ ਕਿਹਾ ਵੀ ਇਹ ਆਪਣੀ ਗੱਡੀ ਲੈ ਕੇ ਆਏ, ਮੈਂ ਤਾਂ ਕਹਿੰਦਾ ਜਿਹੜਾ ਕਿ ਚੈਨਲ ਹੀ ਇਹਨਾਂ ਦਾ ਹੈ, ਸਾਡੀ ਕਮਿਊਨਿਟੀ ਦਾ ਚੈਨਲ ਹੈ, ਇਸ ਕਰਕੇ ਤੁਹਾਡਾ ਆਪਣਾ, ਤੁਸੀਂ ਚਾਹੇ ਗੱਡੀ ਲੈ ਕੇ ਆਓ ਚਾਹੇ ਤੁਰ ਕੇ ਆਓ, ਤੁਹਾਡਾ ਆਪਣਾ ਚੈਨਲ ਹੈ। ਅਸੀਂ ਸਾਰੇ ਅਸੀਂ ਤਾਂ ਚਾਹੁੰਦੇ ਵੀ ਜਿਸ ਤਰੀਕੇ ਨਾਲ ਰਾਹੀ ਜੀ ਨੇ ਸਾਨੂੰ ਇਹ ਸਪਾਂਸਰ ਕੀਤਾ, ਇਸੇ ਤਰ੍ਹਾਂ ਵੀ ਅਸੀਂ ਤਾਂ ਚਾਹੁੰਦੇ ਵੀ ਤੁਸੀਂ ਭੈਣਾਂ ਭਰਾ ਸਾਡੇ ਨਾਲ ਆਈ ਚੈਨਲ ਹੀ ਤੁਹਾਡੇ ਨਾਲ ਲਵਾ ਦਿੰਦੇ ਆ, ਅਸੀਂ ਸਪਾਂਸਰ ਕਰੋ ਸਾਨੂੰ, ਅਸੀਂ ਅੱਗੇ ਆ ਕੇ ਜਿਹੜਾ ਮੈਸੇਜ ਤੁਸੀਂ ਜੋ ਤੁਸੀਂ, ਪਹਿਲੀ ਗੱਲ ਤਾਂ ਮੈਂ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਜੋ ਇਹਨਾਂ ਨੇ ਕੰਮ ਕੀਤਾ ਅਸੀਂ ਆਪਣੇ ਚੈਨਲ ਰਾਹੀਂ ਅਸੀਂ ਦੂਜਿਆਂ ਨਾਲ ਸ਼ੇਅਰ ਕਰ ਸਕਦੇ ਹਾਂ। ਇਹਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਣਾ, ਇਹ ਸਾਨੂੰ ਤੁਹਾਡੇ ਵਰਗੇ ਭੈਣਾਂ ਭਰਾਵਾਂ ਦੀ ਲੋੜ ਹੈ। ਦੂਜੇ ਪਾਸੇ ਜਾਣੀ ਕਿ ਰੰਬੇ ਦੀ ਥਾਂ ਇੱਕ ਰੰਬੇ ਝਾੜੂ ਦੀ ਥਾਂ ਇੱਕ ਕਲਮ ਫੜਾ ਗਿਆ। ਇਹਦੀ ਜਗ੍ਹਾ ਕਿ ਜੇ ਅਸੀਂ ਰੰਬਾ ਤੇ ਝਾੜੂ ਲੈ ਕੇ ਫਿਰਦੇ ਰਹਿੰਦੇ ਤੇ ਅਸੀਂ ਇਸ ਲੈਵਲ ਤੇ ਪਹੁੰਚਦੇ ਨਾ। ਅੱਜ ਅਸੀਂ ਕਲਮ ਦੇ ਜ਼ੋਰ ਦੇ ਨਾਲ, ਅੱਜ ਅਸੀਂ ਸਾਰੇ ਕਰਦੇ ਨਾਲ, ਅੱਜ ਅਸੀਂ ਇੱਥੇ ਬੈਠੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਹ ਇੱਕ ਬਾਬਾ ਸਾਹਿਬ ਦੀ ਹੀ ਇੱਕ ਮਿਹਰਬਾਨੀ ਹੈ। ਆਓ ਅਸੀਂ ਰਲ ਮਿਲ ਕੇ ਇਸੇ ਤਰੀਕੇ ਦੇ ਨਾਲ ਇਹ ਕੰਮ ਕਰਦੇ ਰਹੀਏ, ਕਿਉਂਕਿ ਅੱਜ ਦੇਖਣ ਵਾਲੀ ਗੱਲ ਅਸੀਂ 21ਵੀਂ ਸਦੀ ਦੇ ਵਿੱਚ ਰਹਿ ਰਹੇ ਹਾਂ। ਉਸ ਵੇਲੇ ਤੁਸੀਂ ਦੇਖ ਲਓ, ਮੇਰਾ ਖਿਆਲ 14 ਅਪ੍ਰੈਲ 1891 ਵਿੱਚ ਬਾਬਾ ਸਾਹਿਬ ਦਾ ਜਨਮ ਹੋਇਆ। ਉਸ ਵੇਲੇ ਕਿਹੜੇ ਜਿਹੇ ਮਾਹੌਲ ਸੀ, ਕਿਸ ਤਰ੍ਹਾਂ ਅਨਟੱਚੇਬਿਲਿਟੀ, ਤੁਸੀਂ ਇਹ ਪਤੀ ਗੱਲ ਦਾ ਇੱਕ ਉਹਨਾਂ ਦੇ ਬਰਾਬਰ 'ਤੇ ਜਾ ਕੇ ਪਾਣੀ ਨਹੀਂ ਪੀ ਸਕਦੇ, ਉਹ ਨਹੀਂ ਕਰ ਸਕਦੇ, ਕਿੰਨਾ ਸਾਫ। ਹੁਣ ਕੰਪੇਅਰ ਕਰਨ ਵਾਲੀ ਲੋੜ ਹੈ ਵੀ ਉਹ ਲੈਵਲ ਤੇ ਹੁਣ ਲੈਵਲ ਅੱਜ ਦੀ 21ਵੀਂ ਸਦੀ ਦੇ ਵਿੱਚ ਵੀ ਅੱਜ ਸਾਨੂੰ ਬਹੁਤ ਉਹ ਲੈਵਲ 'ਤੇ ਲਿਆਦਾ ਨਹੀਂ ਜਾ ਰਿਹਾ। ਅੱਜ ਇੱਕ ਇਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ। ਫਿਰ ਅਸੀਂ ਉਹ ਅੱਗੇ ਆਪਣੇ ਆਪ ਨੂੰ ਪਿੱਛੇ ਲੈ ਜਾਈਏ, ਉਹ ਕਿਹੋ ਜਿਹਾ ਮਾਹੌਲ ਸੀ। ਇਹਨਾਂ ਮਹਾਨ ਭੂਤਿਆਂ ਨੇ, ਇਹਨਾਂ ਨੇ ਮਹਾਂਪੁਰਸ਼ਾਂ ਨੇ, ਇਹਨਾਂ ਨੇ ਕਿੰਨਾ, ਇਹਨਾਂ ਦੇ ਕੋਲ ਕਿੰਨਾ ਇੱਕ ਮਿਆਦਾ, ਕਿੰਨਾ ਇੱਕ ਇਹਨਾਂ ਦੇ ਕੋਲ ਜੋਸ਼ ਸੀ, ਕਿੰਨੀ ਕਮਿਊਨਿਟੀ ਲਈ ਇਹਨਾਂ ਦੇ ਵਿੱਚ ਅੱਗ ਸੀ, ਉਸ ਨੂੰ ਅੱਗ ਨੂੰ ਲੈ ਕੇ ਅੱਜ ਸਾਡੇ ਤੱਕ ਪਹੁੰਚਾਇਆ। ਇਸ ਕਰਕੇ ਮੈਂ ਕਲਪਨਾ ਜੀ ਨੂੰ ਵੀ ਕਹਿੰਦਾ ਵੀ ਇਸ ਤਰ੍ਹਾਂ ਸਾਡੀ ਕਮਿਊਨਿਟੀ ਦੇ ਵਿੱਚ ਹੋਰ ਮਾਣ ਦੀ ਗੱਲ ਹੈ ਵੀ ਸਾਡੀ ਕਮਿਊਨਿਟੀ ਦੇ ਬੱਚੇ, ਸਾਡੀ ਕਮਿਊਨਿਟੀ ਇਸ ਲੈਵਲ ਤੋਂ ਉੱਠ ਕੇ ਅੱਜ ਤੁਸੀਂ ਦੱਸਿਆ ਵੀ ਬਿਜ਼ਨਸਮੈਨ ਜਿਹੜੇ ਆਪਣੇ ਆਪ ਨੂੰ ਵੱਡੇ ਧਨਾਂਤਰ ਸਮਝਦੇ ਹਨ, ਉਹਨਾਂ ਦੇ ਸਾਹਮਣੇ ਅਸੀਂ ਤੁਸੀਂ ਬੜੇ ਠੋਕ ਕੇ ਆਪਣੇ ਝੰਡਾ ਕੱਢਿਆ। ਸਾਡੇ ਸਟੂਡੀਓ ਦਾ ਨੰਬਰ 0203630610, ਤੁਸੀਂ ਲਾਈਵ ਕਾਲ ਕਰਕੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਤੁਸੀਂ ਕਲਪਨਾ ਜੀ ਨਾਲ ਵੀ ਗੱਲਬਾਤ ਕਰ ਸਕਦੇ ਹੋ। ਅਸੀਂ ਬ੍ਰੇਕ ਤੇ ਜਾਏ, ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੁੰਦੇ ਹਾਂ। ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ।
Vision Express understands we're inspired by what we see. Watching people helps me create my characters. When you treasure everything you see, you never want to stop looking. Now with every pair of glasses you buy at Vision Express, you'll get varifocal lenses, half price. Vision Express. Vision taken seriously. अगर आपका एक्सीडेंट हो गया है तो AIHL आपकी परेशानी में आपके साथ हैं। हम आपको आप ही की ज़बान में मशवरा देंगे। आप कार, बस, टैक्सी या फिर काम के दौरान हादसे के शिकार हुए हों तो AIHL को कॉल करें। हम आपको ज्यादा से ज्यादा मुआवजा दिलवाकर आपके हर नुकसान की तलाफी करवाते हैं। AIHL आपकी कॉम्पेंसेशन में से कोई हिस्सा नहीं काटते। राब्ता कीजिए 01494 522 533। I'm so excited, and I just can't hide it. After seeing what you did, I think I like it. अल्लाह ताला फरमाते हैं और हम कुरान में उतारते हैं वो चीज़ जो ईमान वालों के लिए शिफा और रहमत है। इस्तिखारा करवाएं कुरान और सुन्नत की रोशनी में। रोज़मर्रा ज़िंदगी के मसाइल, घरेलू नाचाकी, कारोबार में बंदिश, शादी और वीज़ा प्रॉब्लम के लिए इस्तिखारा से रहनुमाई हासिल करें। पीर शाह बाबा जी, मीरपुर आज़ाद कश्मीर वाले। 0092 3334 002176 0092 307 8474 711। Bingo like a boss. Grab a free prize every day at Gala Bingo. खलीफा मिजाज, कासिद गरीब नवाज, जान नशीन व गदी नशीन खलीफा अरमान अरशद चिश्ती। अपने तमाम मसाइल और परेशानियों के लिए बज़रिया इस्तिखारा रहनुमाई हासिल करें। शादी में रुकावट, कारोबार में बंदिश, घरेलू नाचाकी, औलाद का नाफरमान होना और वीज़ा प्रॉब्लम। इस्तिखारा के लिए अभी रब्ता करें 0092 300 9278446 0092 336 2424421। You switch energy. You guitar solo. More people come to us to find their energy deal than any other switching site. Visit uswitch.com. शहबाज हुसैन नकवी। इंसान जब मुश्किलात में गिर जाए और फैसला ना कर पाए तो इसे चाहिए कि अल्लाह ताला से रुजू कर। कारोबार में बेबरकती, शादी में रुकावट, घरेलू परेशानी, वीजा प्रॉब्लम, पसंद की शादी, आप दुनिया के किसी भी कोने में हो, अपने तमाम मसाइल के लिए रूहानी रहनुमाई हासिल करें बज़रिया इस्तिखारा। तो अभी कॉल करें शहबाज हुसैन नकवी 0092 316 7017 070। ਪੰਜਾਬੀਆਂ ਦੀ 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 ਬੱਲੇ ਬੱਲੇ। ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋਏ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਭਾਰਤ ਦੇਸ਼ ਦੀ ਧਰਤੀ ਤੋਂ ਸਾਡੇ ਕੋਲ ਪਦਮ ਸ਼੍ਰੀ ਡਾਕਟਰ ਕਲਪਨਾ ਸਰੋਤ ਜੀ ਸਾਡੇ ਕੋਲ ਪਹੁੰਚੇ ਹੋਏ ਹਨ। ਸਾਡੇ ਸਟੂਡੀਓ ਨੰਬਰ 0203630610 ਹੈ। ਤੁਸੀਂ ਫੋਨ ਕਰਕੇ ਲਾਈਵ ਪਦਮ ਸ਼੍ਰੀ ਕਲਪਨਾ ਸਰੋਤ ਜੀ ਸੇ ਵੀ ਗੱਲ ਕਰ ਸਕਦੇ ਹੋ ਅਤੇ ਸਾਡੇ ਨਾਲ ਵੀ ਗੱਲਬਾਤ ਕਰ ਸਕਦੇ ਹੋ। ਬਾਬਾ ਸਾਹਿਬ ਦੇ ਮਿਸ਼ਨ ਦੇ ਜਿਹੜਾ ਬਾਬਾ ਸਾਹਿਬ ਦੀ ਜਯੰਤੀ ਆ ਰਹੀ ਉਸ ਦੇ ਬਾਰੇ ਵੀ ਗੱਲ ਕਰ ਸਕਦੇ ਹੋ। ਸਤਿਗੁਰੂ ਦਾਸ ਮਹਾਰਾਜ ਦੇ ਮਿਸ਼ਨ ਜਿਹੜਾ ਇਸ ਵੇਲੇ ਚੱਲ ਰਿਹਾ ਪ੍ਰੋਗਰਾਮ ਚੱਲ ਰਹੇ ਹਨ ਤੇ ਉਹਨਾਂ ਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਇਹ ਜ਼ਰੂਰੀ ਨਹੀਂ ਕਿ ਅਸੀਂ ਅੱਜ ਸਤਿਗੁਰੂ ਦਾਸ ਮਹਾਰਾਜ ਦੀ ਗੱਲ ਕਰਦੇ ਹਾਂ ਜਾਂ ਬਾਬਾ ਸਾਹਿਬ ਦੀ ਗੱਲ ਕਰਦੇ ਹਾਂ। ਉਹ ਸਾਡੇ ਦੋਨੇ ਹੀ, ਉਹ ਸਾਡੇ ਗੁਰੂ ਹਨ, ਉਹ ਸਾਡੇ ਲੀਡਰ ਹਨ। ਅਸੀਂ ਦੋਨਾਂ ਦੀ ਇਕੱਠੀ ਵੀ ਗੱਲ ਕਰ ਸਕਦੇ ਹਾਂ। ਇਸ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਸਾਨੂੰ ਹੈ। ਅਸੀਂ ਇਹ ਜ਼ਰੂਰ ਆ ਕਿ ਸਾਨੂੰ ਜਦੋਂ ਜਿਹੜਾ ਸਪਾਂਸਰ ਕੀਤਾ ਜਾਂਦਾ ਉਸ ਦੇ ਮੁਤਾਬਕ ਅਸੀਂ ਉਹ ਜਿਹੜੇ ਪ੍ਰੋਗਰਾਮ ਕਰਨੇ ਹੁੰਦੇ ਹਨ। ਅਤੇ ਹਾਂਜੀ ਕਲਪਨਾ ਜੀ, ਤੁਸੀਂ ਇੰਗਲੈਂਡ ਦੀ ਧਰਤੀ 'ਤੇ ਆਏ ਹੋ ਅਤੇ ਤੁਸੀਂ
किस मकसद ले आए हैं? कोई बिजनेस टूर है या कोई वैसा ही है? नहीं जी। एक्चुअली मैं लंदन जो आई हूँ तो यहाँ एक प्रोग्राम था पार्लियामेंट हाउस में जी। तो यहाँ हमारी भारत की बहुत सारी महिलाएं आई हुई थी जी। जो उद्योजक है, जो नई नई उद्योजक बनी हुई है, बिजनेस में आई हुई है, तो उन सबको अवार्ड देने थे। तो वो अवार्ड मेरे हाथों से, और जो एमपी है यहाँ के 3 एमपी थे और उनके साथ में मैं थी, और मेरे हाथों से उन लोगों को अवार्ड दिए गए। और दूसरा मेरा सम्मान किया गया क्योंकि मुझे डॉक्टरेट मिला था, इसलिए मेरा सम्मान किया गया। और एक बहुत ही प्यारी बुक निकाली है, कॉफी टेबल बुक। अच्छा जी। तो उस बुक के अंदर लता मंगेशकर से लेके डिम्पल कापाड़िया से मैंने लेकर, देखा फोटो वो वाला। हाँ, मैंने हाँ, हाँ जी। तो उसमें सारी बड़ी बड़ी हस्तियां है, जैसे किरण बेदी है, कोकिला बहन है, मोदी जी की माँ है। तो इन ऐसे बड़ी बड़ी औरतों का नाम से एक बुक, और उसके अंदर जो है उनके आर्टिकल छपे हैं। मेरा खुद का भी आर्टिकल है उसके अंदर। तो उस बुक का इनॉग्रेशन भी मेरे हाथों से था। अच्छा जी। तो ये इसलिए मैं लंदन आई हुई थी। और उसके बाद में फिर अभी ये छोटे मोटे प्रोग्राम है ही है। 8 मार्च का प्रोग्राम है यहाँ पर, अभी जो महिला दिन जिसको कहा जाएगा जी, तो वो एक प्रोग्राम है। फिर आज भी डॉक्टर राज के साथ में एक प्रोग्राम था जी। कल भी हम लोग कहीं जा रहे हैं, जो वो सम्मान, क्या नाम है उनका, चलो कोई बात कुछ नहीं, तो नाम है, हाँ, हाँ वो उन्होंने एक प्रोग्राम रखा हुआ है, तो वहाँ पर भी मैं जाने वाली हूँ। तो इस तरह से कुछ टाइम लेकर मैं आई हूँ, तो बिजी शेड्यूल है। वैसे मैं अक्टूबर में आई थी, तब भी पार्लियामेंट हाउस में मुझे अवार्ड दिया गया था। गांधी जयंती थी ना, तो गांधी जयंती के टाइम पर मुझे अवार्ड भी दिया गया था उस वक्त। और बाबा साहब की जयंती आ रही है, तो बाबा साहब की जयंती 125वीं जयंती, 116 मतलब जो 16 था ना साल, हाँ, तो उस 16वें साल में हमने यूनाइटेड नेशन में डॉक्टर बाबा साहब के साथ में थे, आप साथ में थे उस वक्त। तो वो हमें सौभाग्य मिला कि हम यूनाइटेड नेशन में बाबा साहब की जयंती कर सके। और महाराष्ट्र में एक सवाल है मेरे पास से, इसके बीच में एक सवाल आया। आप यूएनओ में जब गए थे, हम भी उसके साथ थे आपके साथ, आपने बहुत ही अवार्ड उधर दिए थे लोगों को, लेकिन आप एक बाबा साहब का पोर्ट्रेट इंडिया से लेके आए थे उधर लगाने के लिए, लेकिन वो अभी तक लगा नहीं, उसका क्या कारण है? ऐसे है कि वो अभी तक इसलिए नहीं लगा क्योंकि हम तो जोश में चले आए थे वहां से। बनाया भी बहुत बड़ा था, बहुत खूबसूरत सा बनाया है। यहाँ तक कि मैं आपको ये बताऊं कि एयर इंडिया के जितने हमारे लोग हैं, पूरा प्लेन हमारे अपने लोगों से बनाया था। और सारे लोग उस मूर्ति को ये करने आए थे कि यूनाइटेड नेशन में हमारी ये जो बाबा साहब की मूर्ति है वो जा रही है वहां पर। तो वो एक अलग से समा बना हुआ था, तो हम तो लेकर आए थे यहाँ पे, हमें ऐसे लगा कि बस लगा देंगे, लेकिन यहाँ के जो रूल रेगुलेशंस है। कॉल ले ले हम जी। कॉल आई। हेलो जय गुरुदेव जी। हेलो जय गुरुदेव जी। हाँ जी जय गुरुदेव जी। हाँ जी ਸਰਬਜੀਤ जी की कहना चाहते हो? हाँ जी ਉਹਨਾਂ ਨੂੰ ਵੀ ਤਾਂ ਸਾਡੇ ਭੈਣ ਜੀ ਆਏ ਆ, ਬਹੁਤ ਸਤਿਕਾਰਯੋਗ ਕਲਪਨਾ ਜੀ, ਉਹਨਾਂ ਨੂੰ ਵੀ ਸਾਡੇ ਵੱਲੋਂ ਜੈ ਗੁਰਦੇਵ, ਜੈ ਭੀਮ, ਜੈ ਭਾਰਤ। हाँ जी की कहना चाहते हो? हाँ जी बस ਇਹਨਾਂ ਨੂੰ ਕੀ ਕਹਿਣਾ ਭਾਜੀ, ਨਾਲ ਦੇਖ ਕੇ ਵੈਸੇ ਹੀ ਕਹਿੰਦੇ ਹੁੰਦੇ ਆ ਸਾਡਾ ਵੀ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਆ, ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਵੀ ਆਉਂਦੇ ਆ, ਤੇ ਤੁਹਾਡੇ ਕੋਲ ਇਹ ਜ਼ਰੂਰ ਆਉਂਦੇ ਆ, ਤੁਹਾਡੇ ਨਾਲ ਹਨਾ ਪ੍ਰੋਗਰਾਮ ਕਰਦੇ ਆ ਜੀ, ਤੇ ਆਪਣੀ ਕਾਮਯਾਬੀ ਦੀ ਜਿੰਨੀ ਵੀ ਆ ਹਰ ਵਾਰੀ ਇਹ ਦੱਸਦੇ ਆ ਵੀ ਮੈਂ ਕਿੱਦਾਂ ਪਹੁੰਚੀ ਆ ਇਸ ਮੁਕਾਮ ਤੇ। ਔਰ ਸਭ ਤੋਂ ਹਨਾ ਜਿਹੜੀ ਸਾਨੂੰ ਵੱਡੀ ਖੁਸ਼ੀ ਦੀ ਗੱਲ ਲੱਗਦੀ ਹੈ ਭਾਜੀ, ਹਰ ਵਾਰ ਜਦ ਕਲਪਨਾ ਜੀ ਗੱਲ ਕਰਦੇ ਆ ਨਾ, ਉਹ ਜ਼ਰੂਰ ਕਹਿੰਦੇ ਆ ਕਿ ਬਾਬਾ ਸਾਹਿਬ ਦੀ ਬਦੌਲਤ, ਉਹਨਾਂ ਦੀ ਸਦਕਾ। ਇਹ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਆ ਕਿ ਉਹਨਾਂ ਨੂੰ ਇੰਨਾ ਮਾਨ ਸਨਮਾਨ ਦਿੰਦੇ ਆ, ਦੱਸਦੇ ਆ ਵੀ ਉਹਨਾਂ ਨੇ ਅਧਿਕਾਰ ਲੈ ਕੇ ਦਿੱਤੇ ਆ। ਬਹੁਤ ਖੁਸ਼ੀ ਹੋਈ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਏ ਆ। ਔਰ ਕਲਪਨਾ ਜੀ ਤੁਹਾਨੂੰ ਸਾਡੇ ਵੱਲੋਂ ਸਪੈਸ਼ਲ ਜੈ ਗੁਰਦੇਵ। ਮੈਂ ਪਿਛਲੀ ਵਾਰੀ ਵੀ ਤੁਹਾਨੂੰ ਰਿਕੁਐਸਟ ਕੀਤੀ ਸੀ ਕਿ ਜਦੋਂ ਵੀ ਆਉਂਗੇ ਤਾਂ ਸਾਡੇ ਇਟਲੀ ਵਿੱਚ ਵੀ ਜ਼ਰੂਰ ਆਓ ਤੁਸੀਂ, ਸਾਨੂੰ ਲੇਡੀਜ਼ ਨੂੰ ਮਿਲ ਕੇ ਤੁਹਾਨੂੰ ਨਾ ਬਹੁਤ ਜ਼ਿਆਦਾ ਖੁਸ਼ੀ ਹੋਊਗੀ। थैंक यू, धन्यवाद जी सर्वजीत जी। ये इटली से हो रहे हैं, वो आपको वेलकम करते हैं, तो और बुलाना चाहते हैं कि इटली में भी आओ, जब भी आए जरूर आएंगे जरूर। हाँ, तो आपको बोलते हैं जय गुरुदेव और जय भीम बोल रहे हैं। जय गुरुदेव जय भीम, आपने हमें बुलाया, हम जरूर आएंगे। थैंक यू, थैंक यू जी। ਤੇ ਹਾਂਜੀ ਤੁਸੀਂ ਗੱਲ ਕਰ ਰਹੇ ਸੀ ਜਿਹੜਾ ਇੱਥੇ ਆਉਣ ਦਾ ਆਪਾਂ ਯੂਐਨਓ ਦਾ ਜਿਹੜਾ ਬਾਬਾ ਸਾਹਿਬ ਦਾ ਪੋਰਟਰੇਟ ਆ, ਲੇਕਿਨ ਉੱਥੇ ਦੇ ਜਿਹੜੇ ਕਾਨੂੰਨ ਸੀ, ਕਾਇਦਾ ਸੀ, ਉਹਨਾਂ ਨੇ ਉਹ ਜਿਹੜਾ ਮੈਂ ਦੇਖਿਆ ਕਿ ਪੋਰਟਰੇਟ ਬਹੁਤ ਵੱਡਾ ਸੀ ਬਾਬਾ ਸਾਹਿਬ ਦਾ, ਇਸ ਕਰਕੇ ਉਹਨਾਂ ਨੇ ਲਾਇਆ ਨਹੀਂ, ਤਾਂ ਉਹ ਰੱਖਿਆ ਪਿਆ ਆ ਉੱਥੇ। ਤੇ ਜਦੋਂ ਵੀ ਮੇਰਾ ਖਿਆਲ ਆ ਚਾਂਸ लगे, मेरा ख्याल लगाएंगे जरूर। उसमें हम कोशिश में लगे हुए हैं। हाँ ठीक है, कि हम जरूर वो लगाना जरूर है। जी 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 बिल्कुल। हाँ जी चौहान जी ਤੁਸੀਂ ਕੀ ਕਹਿਣਾ ਚਾਹੁੰਦੇ ਹੋ? देखो जी, ਅੱਜ ਸਾਨੂੰ
ਇਹ ਜ਼ਰੂਰ ਸਮਝ ਲੈਣਾ ਚਾਹੀਦਾ ਵੀ ਅੱਜ ਅਸੀਂ ਕਿੱਥੇ ਤੇ ਕਿਉਂ ਤੇ ਕਿਵੇਂ ਇਸ ਲੈਵਲ 'ਤੇ ਪਹੁੰਚੇ ਹਾਂ। ਤੁਹਾਨੂੰ ਪਤਾ ਬਾਬਾ ਸਾਹਿਬ ਦੇ ਕੌਂਸਟੀਟਿਊਸ਼ਨ ਦੇ ਵਿੱਚ ਕੋਈ ਵੀ ਗੱਲ ਛੱਡੀ ਨਹੀਂ ਵੀ ਕਿਸੇ ਦੇ ਨਾਲ ਕੋਈ ਅਨਿਆਂ ਨਾ ਹੋਵੇ, ਕਿਸੇ ਦੇ ਨਾਲ ਕੋਈ ਠੱਗੀ ਨਾ ਹੋਵੇ। ਮੇਰੇ ਖਿਆਲ ਨਾਲ, ਮੇਰੀ ਆਪਣੀ ਸਮਝ ਦੇ ਨਾਲ, ਤੁਹਾਨੂੰ ਪਤਾ ਕਿ ਉਹ ਜਿਹੜਾ ਉੱਥੇ ਇੱਕ ਕੇਸ ਚੱਲਿਆ, ਫਾਂਸੀ ਦੀ ਸਜ਼ਾ ਹੋਈ ਸੀ, ਉਹ 4-5 ਵਾਰੀ ਉਹ ਜਿਹੜੇ ਕਿ ਇੱਕ ਉਹ ਧਾਰਾਵਾਂ ਇੰਨੀਆਂ ਸੀਗੀਆਂ, ਉਹ 4-5 ਵਾਰੀ ਉਹ ਫਾਂਸੀ ਦੀ ਸਜ਼ਾ ਟਲੀ। ਉਹਦਾ ਰੀਜ਼ਨ ਇਹ ਸੀ ਵੀ ਉਹ ਜਿਹੜੇ ਵਕੀਲ ਸੀ ਉਹਨਾਂ ਨੇ ਕੰਸਟੀਟਿਊਸ਼ਨ ਦੀਆਂ ਉਹ ਧਾਰਾਵਾਂ ਯੂਜ਼ ਕਰਕੇ, ਉਹ ਯੂਜ਼ ਕਰਕੇ ਇਸ ਲੈਵਲ 'ਤੇ, ਮਤਲਬ ਮੇਰੇ ਕਹਿਣ ਦਾ ਮਤਲਬ ਹੈ ਬਾਬਾ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਵੀ ਕਿਸੇ ਨਾਲ ਕੋਈ ਅਨਿਆਂ ਨਾ ਹੋਵੇ। ਪਰ ਜੋ ਅੱਜ ਸਾਡਾ ਸਮਾਜ, ਸਾਡੇ ਜਿਹੜੇ ਬੁੱਧੀਜੀਵੀ ਹਨ, ਉਹ ਕੋਈ ਨਾ ਕੋਈ ਛੋਟੀਆਂ ਗੱਲਾਂ ਲੈ ਕੇ ਆਪਣੇ ਸਵਾਰਥ ਲਈ ਯੂਜ਼ ਕਰਕੇ, ਉਹ ਜਿਸ ਲੈਵਲ 'ਤੇ ਉਹ ਬਾਬਾ ਸੀ ਉਹ ਸੰਵਿਧਾਨ ਨੂੰ ਯੂਜ਼ ਕਰਨਾ ਚਾਹੁੰਦੇ ਸੀ, ਹੋਣਾ ਚਾਹੀਦਾ, ਅੱਜ ਤੱਕ ਉਹ ਹੋ ਨਹੀਂ ਰਿਹਾ। ਜਿੱਥੇ ਵੀ ਸਾਡੇ, ਚਾਹੇ ਕੋਈ ਲੀਡਰ ਹੈ, ਚਾਹੇ ਪੋਲੀਟੀਕਲ ਪਾਰਟੀਆਂ, ਜਿੱਥੇ ਉਹਨਾਂ ਨੂੰ ਕੋਈ ਆਪਣਾ ਬੈਨੀਫਿਟ ਮਿਲਦਾ ਹੈ, ਆਪਣੇ ਹਿਸਾਬ ਦੇ ਨਾਲ ਯੂਜ਼ ਕਰਦੇ ਰਹਿਣਾ। ਅੱਜ ਬਾਬਾ ਸਾਹਿਬ ਦਾ ਕੰਸਟੀਟਿਊਸ਼ਨ ਜੇ ਬਿਲਕੁਲ ਇਮਾਨਦਾਰੀ ਦੇ ਨਾਲ ਲਾਗੂ ਹੋ ਜਾਏ ਤਾਂ ਭਾਰਤ ਦੀ ਇੱਕ ਜਿਹੜੀ ਕਿ ਸਾਰਾ ਦਾ ਕੋਈ ਨਕਸ਼ਾ ਬਦਲ ਸਕਦਾ ਹੈ। ਇਸ ਕਰਕੇ ਅੱਜ ਬਾਬਾ ਸਾਹਿਬ ਦੀ ਬਦੌਲਤ ਕਰਕੇ ਹੀ ਇਹ ਸਾਰੇ ਜਿਹੜੇ ਸਾਡੇ ਨੇਤਾ ਹਨ, ਸਾਡੇ ਲੀਡਰ ਹਨ, ਸਾਡੀ ਪੋਲੀਟੀਕਲ ਪਾਰਟੀਆਂ ਹਨ, ਉਹ ਉਹਨਾਂ ਨੂੰ ਆੜ ਲੈ ਕੇ ਆਪਣਾ ਬਚਾਅ ਕਰ ਰਹੀਆਂ ਹਨ। ਇਸ ਕਰਕੇ ਅੱਜ ਉਹੀਓ ਉਹਨਾਂ ਤੋਂ ਦੁਖੀ ਹੋ ਕੇ ਅੱਜ ਉਹ ਵੀ ਸਾਨੂੰ ਇੱਕ ਬਲੇਮ ਦਿੰਦੇ ਹਨ ਵੀ ਬਾਬਾ ਸੰਵਿਧਾਨ ਦੀ ਸਹੂਲਤ ਕਰਕੇ, ਸੰਵਿਧਾਨ ਨੂੰ ਵਰਤ ਕੇ ਇਹ ਲੋਕ ਪੜ੍ਹ ਲੈ ਕੇ ਅੱਜ ਸਾਡੇ 'ਤੇ ਰਾਜ ਕਰ ਰਹੇ ਹਨ। ਜਿਸ ਤਰ੍ਹਾਂ ਕਲਪਨਾ ਜੀ ਮੇਰੇ ਨਾਲ ਬੈਠੇ ਹਨ, ਉਹ ਇਸ ਚੀਜ਼ ਤੋਂ ਅੰਦਰੋਂ ਤੇ ਜਲਦੇ ਵੀ ਹਨ ਵੀ ਇਹ ਸਾਡੇ ਉੱਤੇ ਇਸ ਲੈਵਲ 'ਤੇ ਆ ਕਿਉਂ ਗਏ, ਜਿਨ੍ਹਾਂ ਨੂੰ ਅਸੀਂ ਪੈਰ ਦੀ ਜੁੱਤੀ, ਜਿਨ੍ਹਾਂ ਨੂੰ ਅਸੀਂ ਸਮਝਦੇ ਵੀ ਇਹ ਕੁਛ ਹੈ ਹੀ ਨਹੀਂ, ਇੱਕ ਸਾਡੇ ਇੱਕ ਸੇਵਾਦਾਰ, ਸਾਡੇ ਲਈ ਕੰਮ ਕਰਨ ਵਾਲੇ ਹਨ, ਅਸੀਂ ਇੱਕ ਬੜੇ ਸੁਪੀਰੀਅਰ ਹਾਂ ਵੀ ਇਹ ਅੱਜ ਸਾਡੇ ਲੈਵਲ 'ਤੇ ਪੜ੍ਹ ਲਿਖ ਕੇ ਸਾਡੇ ਨਾਲ ਵੱਡੀਆਂ ਪੋਸਟਾਂ 'ਤੇ, ਸਾਡੇ ਬਰਾਬਰ 'ਤੇ, ਇੱਧਰ ਦੇ ਜੱਜਿਸ ਤੌਰ 'ਤੇ, ਔਰ ਤੌਰ 'ਤੇ ਅਹੁਦਿਆਂ 'ਤੇ ਬੈਠੇ ਹਨ। ਉਹ ਕਈ ਬੇਵਕੂਫ ਟਾਈਪ ਦੇ ਬੰਦੇ ਇਹ ਵੀ ਕਹਿੰਦੇ ਹਨ ਵੀ ਸੰਵਿਧਾਨ ਨੂੰ ਵਰਤ ਕੇ ਅੱਜ ਸਾਡੇ 'ਤੇ ਰਾਜ ਕਰਨਾ ਚਾਹੁੰਦੇ ਹਨ। ਇਹ ਗੱਲ ਉਹਨਾਂ ਨੂੰ ਦੁਖਦੀ ਹੈ। ਪਰ ਅਸੀਂ ਆਜ਼ਾਦ TV ਦੇ ਮਾਧਿਅਮ ਰਾਹੀਂ ਇਹ ਜ਼ਰੂਰ ਹੀ ਭੈਣਾਂ ਭਰਾਵਾਂ ਨੂੰ ਇੱਕ ਉਜਾਗਰ ਕਰ ਰਹੇ ਹਾਂ, ਇੱਕ ਅਸੀਂ ਅਵੇਅਰਨੈਸ ਦੇ ਰਹੇ ਹਾਂ। ਆਓ ਰਲ ਮਿਲ ਕੇ ਅਸੀਂ ਕੰਸਟੀਟਿਊਸ਼ਨ ਨੂੰ ਫੋਲੋ ਅਪ ਕਰੀਏ। ਜੇ ਕੋਈ ਕਹਿੰਦਾ ਵੀ ਕੰਸਟੀਟਿਊਸ਼ਨ ਨੂੰ ਖਤਮ ਕਰਨਾ ਹੈ, ਕੰਸਟੀਟਿਊਸ਼ਨ ਨੂੰ ਅਸੀਂ ਬਿਲਕੁਲ ਕਰਕੇ ਅਸੀਂ ਆਪਣੇ ਹਿਸਾਬ ਦੇ ਨਾਲ, ਅਸੀਂ ਚਾਹੇ ਕੋਈ ਪੋਲੀਟੀਕਲੀ ਹੈ, ਚਾਹੇ ਕੋਈ ਜਾਤੀਵਾਦ ਤੌਰ 'ਤੇ ਆਪਣਾ ਰੂਲ ਐਂਡ ਰੈਗੂਲੇਸ਼ਨ ਚਲਾਉਂਦੇ ਹਨ, ਉਹ ਅਸੀਂ ਕਦੀ ਵੀ ਹੋਣ ਨਹੀਂ ਦੇਵਾਂਗੇ। ਸਾਰਿਆਂ ਨੂੰ ਅਸੀਂ ਕਹਿੰਦੇ ਹਾਂ ਆਓ ਉੱਠੋ ਜਾਗੋ, ਅਸੀਂ ਇੱਕ ਇਹੋ ਜਿਹਾ ਸਮਾਜ ਬਣਾਈਏ ਜਿੱਥੇ ਅਸੀਂ ਰਲ ਮਿਲ ਕੇ ਇਕੱਠੇ ਹੋ ਕੇ ਸੰਵਿਧਾਨ ਦਾ ਆਸਰਾ ਲੈ ਕੇ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਸਕੀਏ। ਧੰਨਵਾਦ ਜੀ ਚੌਹਾਨ ਜੀ। ਰਾਣੀ ਪੇਟੋਂ ਰਾਜੇ ਜੰਮਦੇ ਇਸ ਗੱਲ ਨੂੰ ਠਠਲਾ ਦਿੱਤਾ, ਰਾਣੀ ਪੇਟੋਂ ਰਾਜੇ ਜੰਮਦੇ ਇਸ ਗੱਲ ਨੂੰ ਝਠਲਾ ਦਿੱਤਾ, ਕਿਸਮਤ ਲਿਖਣੀ ਆਪਣੇ ਹੱਥ ਸਾਬਤ ਕਰ ਦਿਖਲਾ ਦਿੱਤਾ, ਸਦੀਆਂ ਤੋਂ ਦਰਕਾਰੇ ਸੀ ਜੋ ਉਹਨਾਂ ਨੂੰ ਮਾਣ ਦਿਵਾ ਦਿੱਤਾ, ਕਹਿੰਦੇ ਸੀ ਜਿਹਨੂੰ ਪੈਰ ਦੀ ਜੁੱਤੀ ਸਿਰ ਦਾ ਤਾਜ ਬਣਾ ਦਿੱਤਾ, ਕਹਿੰਦੇ ਸੀ ਜਿਹਨੂੰ ਪੈਰ ਦੀ ਜੁੱਤੀ ਸਿਰ ਦਾ ਤਾਜ ਬਣਾ ਦਿੱਤਾ। ਹੈਲੋ ਜੈਗਦੇਵ ਜੀ। ਹੈਲੋ ਜੀ ਮਹਾਰਾਜ। ਹੈਲੋ ਜੈਗਦੇਵ ਜੀ। ਹਾਂਜੀ ਮੈਂ ਜੀ ਅਹਿਮਦ ਬੋਲ ਰਿਹਾ, ਮੈਂ ਸਲਾਮ ਪੇਸ਼ ਕਰਨਾ ਤੁਹਾਡੇ। ਹਾਂਜੀ ਅਹਿਮਦ ਜੀ ਸਲਾਮ ਹੈ ਜੀ, ਕੀ ਕਹਿਣਾ ਚਾਹੁੰਦੇ ਹੋ? ਤੁਹਾਡੇ ਆ ਕੇ ਜ਼ਰੂਰ ਨਾਲ ਹਿੱਸਾ ਪਾਉਣਾ। ਹਾਂਜੀ ਮੈਂ ਸੁਣ ਰਿਹਾ ਭਾਈ ਸਾਹਿਬ ਦੀਆਂ ਗੱਲਾਂ ਵੀ ਰੱਬ ਨੇ ਜਿਹਨੂੰ ਪੈਦਾ ਕੀਤਾ ਦੁਨੀਆ ਤੇ, ਉਹਨੂੰ ਦਿਮਾਗ ਦਿੱਤਾ, ਪੜ੍ਹ ਕੇ ਅਗਰ ਉਹ ਕਿਸੇ ਸੀਟ ਤੇ ਆਉਂਦਾ ਤੇ ਕਿਸੇ ਨੂੰ ਕੋਈ ਹੱਕ ਹਾਸਲ ਨਹੀਂ ਕਿ ਜਿਹੜਾ ਰੱਬ ਦੀ ਮਖਲੂਕ ਸਾਰਿਆਂ ਦੀ ਸਾਂਝੀ ਹੈ, ਰੱਬ ਨੇ ਪੈਦਾ ਕੀਤੀ ਦੁਨੀਆ ਤੇ। ਮੇਰੇ ਨਜ਼ਦੀਕ ਮੈਂ ਹਾਲਾ ਮੁਸਲਮਾਨ ਹਾਂ, ਲੇਕਿਨ ਮੈਂ ਕਦੀ ਨਹੀਂ ਫਰਕ ਰੱਖਦਾ ਕਿ ਆ ਫਲਾਣਾ ਦਲਤ ਹੈ ਜਾਂ ਕੋਈ ਹੈ। ਰੱਬ ਨੇ ਜਦੋਂ ਵਾਪਸ ਜਾਣਾ ਸਾਰਿਆਂ ਨੂੰ ਪੁੱਛਣਾ ਵੀ ਤੂੰ ਕਰਕੇ ਕੀ ਆਇਆ। ਆ ਜਿਹੜਾ ਮੋਢਿਆਂ ਤੇ ਰੋਜ਼ ਕਿਤਾਬ ਲਿਖੀ ਜਾਂਦੀ ਹੈ, ਸੱਜੇ ਪਾਸੇ ਮੋਢੇ ਫਰਿਸ਼ਤਾ ਤੇ ਖੱਬੇ ਪਾਸੇ ਉਹ ਇੱਕ ਤੁਹਾਡੇ ਬੁਰਾਈਆਂ ਲਿਖਦਾ, ਤੁਹਾਡੀਆਂ ਇੱਕ ਚੰਗਿਆਈਆਂ ਲਿਖਦਾ। ਉਹ ਸਾਰੀ ਕਿਤਾਬ ਜਦੋਂ ਰੱਬ ਦੇ ਅੱਗੇ ਪੇਸ਼ ਹੋ ਜਾਵੇ ਕਹਿੰਦਾ ਤੂੰ ਆਪੇ ਹੀ ਪੜ੍ਹ ਲੈ ਜੋ ਤੂੰ ਕਰਕੇ ਆਇਆ। ਇਹ ਜਿਹੜੇ ਕਰਦੇ ਨਾ ਕਿਸੇ ਨੂੰ ਬੁਰਾ ਕਹਿੰਦੇ ਨੇ, ਉਹ ਸਭ ਤੋਂ ਪਹਿਲਾਂ ਆਪ ਬੁਰੇ ਨੇ। ਦੂਜਾ ਆਪਣਾ ਜਿਹੜੇ ਦੰਗੇ 84 ਚ ਹੋਏ ਉਹ ਵੇਖ ਲਓ ਕਿੱਡਾ ਜ਼ੁਲਮ ਕੀਤਾ ਸੀ। ਭਾਵੇਂ ਕਿਸੇ ਨਾਲ ਵੀ ਹੋਵੇ ਜ਼ੁਲਮ, ਭਾਵੇਂ ਕਿਸੇ ਹਿੰਦੂ ਨਾਲ, ਕਿਸੇ ਸਿੱਖ ਨਾਲ, ਈਸਾਈ ਨਾਲ, ਮੁਸਲਮਾਨ ਕਿਸੇ ਨਾਲ, ਉਹ ਸਭ ਰੱਬ ਦੀ ਪੈਦਾਇਸ਼ ਨੇ। ਇਹ ਹੁਣ ਵੀ ਜਿਹੜੇ ਦੰਗੇ ਕੀਤੇ ਨੇ, ਫੁਟੇਜ ਸਾਰੀਆਂ ਮੌਜੂਦ ਨੇ, ਤਸਵੀਰਾਂ ਮੌਜੂਦ ਨੇ, ਪੁਲਿਸ ਵਾਲੇ ਨਾਲ ਰਲ ਕੇ ਕਰਾਉਣ ਡਏ ਨੇ। ਹੁਣ ਕੱਲ ਹਾਈ ਕੋਰਟ ਜਿਹੜਾ ਨਾ ਉੱਥੇ ਸੁਣਵਾਈ ਹੋਣੀ ਹੈ, ਵੇਖੋ ਕੀ ਫੈਸਲਾ ਹੁੰਦਾ। ਹੁਣ ਮੋਦੀ ਜਦੋਂ ਦਾ ਆਇਆ ਵਾ 6-7 ਸਾਲ ਹੋ ਗਏ, 6 ਸਾਲ ਜੋ ਤੰਗ ਕੀਤਾ ਲੋਕਾਂ ਨੂੰ, ਉਹ ਤੇ 1 ਰੁਪਏ ਕਨਾਲ ਜ਼ਮੀਨ ਹੁਣ ਵੇਚਣ ਲੱਗਾ ਵਾ ਜਾ ਕੇ ਕਸ਼ਮੀਰ ਦੀ। ਇਹ ਜ਼ੁਲਮ ਜਿਹੜਾ ਇਹ ਇੱਥੇ ਤੇ ਕਰ ਲਏਗਾ ਤੇ ਰੱਬ ਕੋਲ ਜਾ ਕੇ ਜਿਹੜਾ ਇਹਨੂੰ ਭਰਨਾ ਪੈਣਾ, ਉਹ ਇਹਨੂੰ ਪਤਾ ਨਹੀਂ ਇਹਦਾ ਅੰਜਾਮ ਕੀ ਹੋਣਾ। ਬਹੁਤ ਬਹੁਤ ਸ਼ੁਕਰੀਆ ਜੀ ਟਾਈਮ ਦੇਣ ਦਾ। ਥੈਂਕ ਯੂ। ਧੰਨਵਾਦ ਜੀ। ਹੈਲੋ ਜੈਗਦੇਵ ਜੀ। ਹੈਲੋ
हेलो 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 हाँ जी प्लीज़ ਟੈਲੀਵਿਜ਼ਨ ਦਾ ਆਪਣਾ ਵੋਲੀਅਮ ਡਾਊਨ ਕਰ ਲਓ ਤਾਂ ਕਿ ਸਾਡੇ ਤੱਕ ਆਵਾਜ਼ ਪਹੁੰਚ ਸਕੇ। ਹੈਲੋ ਜੈਗਰदेव ਭਾਜੀ ਜੈ ਭੀਮ। ਜੈਗदेव ਜੈ ਭੀਮ। ਭੈਣ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਬਰਮਿੰਘਮ ਤੋਂ ਬੋਲਦੀ ਹਾਂ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਭਾਜੀ ਇਹ ਗੱਲ ਕਹਿਣਾ ਚਾਹੁੰਦੀ ਆ ਜਿਹੜੇ ਰਾਸ਼ਟਰਪਤੀ ਬਣਾਏ ਆ ਇੰਡੀਆ ਦੇ ਉਹ ਵੀ ਤਾਂ ਡਾਕਟਰ ਅੰਬੇਡਕਰ ਦੇ ਹਿਸਾਬ ਨਾਲ ਬਣੇ ਆ, ਉਹਨਾਂ ਦੇ ਕਰਕੇ ਬਣੇ ਆ ਉਹ ਜੀ ਬਿਲਕੁਲ। ਤਾਂ ਉਹ ਜਿਹੜੇ ਹੁਣ ਕੋਈ ਵੀ ਸਾਈਨ ਕਰਵਾਣੇ ਹੁੰਦੇ ਆ ਬੀਜੇਪੀ ਦੀ ਪਾਰਟੀ ਨਾਲ ਜਾਂ ਕਿਸੇ ਨਾਲ ਵੀ ਉਦੋਂ ਹੀ ਉਹ ਕਰ ਦਿੰਦਾ ਆ, ਉਹਨੂੰ ਤਾਂ ਪੁੱਛਦੇ ਨਹੀਂ ਹੈਗੇ, ਕੋਈ ਵੀ ਮੰਦਰਾਂ ਦੇ ਵਿੱਚ ਨਹੀਂ ਜਾਣ ਦਿੰਦੇ ਹੈਗੇ ਉਹ ਚੀਜ਼ ਨੂੰ। ਮੈਂ ਗੱਲ ਉਹ ਉੱਥੇ ਬੈਠਾ ਕੀ ਕਰਦਾ ਆਪਣੇ ਲੋਕਾਂ ਤੇ ਅਤਿਆਚਾਰ ਕਰਵਾਉਣੇ ਨੂੰ ਬੈਠਾ ਹੈ ਉੱਥੇ। ਜੀ ਉਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਵੀ ਮੈਂ ਡਾਕਟਰ ਅੰਬੇਡਕਰ ਦੀ ਵਜ੍ਹਾ ਨਾਲ ਬੈਠਾ ਹੈ ਕਿ ਵੱਡੀ ਸਹੀ ਗੱਲ ਜੌਬ ਦੇ ਉੱਤੇ। ਮੈਂ ਤੁਹਾਡੀ ਗੱਲ ਨੂੰ ਬੜੀ ਕਰਦਾ ਕਿ ਇੱਕ ਰਾਸ਼ਟਰਪਤੀ ਦਾ ਇੱਕ ਐਦਾ ਅਹੁਦਾ ਆ ਕਿ ਉਹਦੀ ਆਪਣੀ ਪਾਵਰ ਉਹ ਆਪ ਯੂਜ਼ ਕਰਨੀ ਚਾਹੀਦੀ ਆ, ਲੇਕਿਨ ਅਸੀਂ ਆਪਣੀ ਪਾਵਰ ਆਪ ਯੂਜ਼ ਕਰਨੀ ਚਾਹੀਦੀ ਆ। ਉਹ ਉਹਨਾਂ ਦੇ ਕਹੇ ਤੇ ਕਿਉਂਕਿ ਸੰਵਿਧਾਨ ਦੇ ਮੁਤਾਬਕ ਉਹ ਰਾਸ਼ਟਰਪਤੀ ਬਣੇ ਆ, ਉਹਨਾਂ ਨੂੰ ਅਹੁਦਾ ਮਿਲਿਆ ਆ, ਸੰਵਿਧਾਨ ਦੇ ਮੁਤਾਬਕ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਆ ਜੀ। ਤਾਂ ਧੰਨਵਾਦ ਜੀ, ਬਹੁਤ ਬਹੁਤ ਭੈਣ ਜੀ ਤੁਹਾਡਾ ਧੰਨਵਾਦ। ਹੈਲੋ ਜੈਗदेव ਜੀ। ਹੈਲੋ ਜੀ ਜੈਗदेव ਜੀ। ਵੀਰ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਹਰਬੰਸ ਲਾਲ ਬੋਲ ਰਿਹਾ ਜੀ 100 ਸਾਲ ਤੋਂ। ਹਾਂ ਮਿੱਡਾ ਜੀ। ਹਾਂਜੀ ਹਰਬੰਸ ਮਿੱਡਾ ਜੀ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਡਾਕਟਰ ਕਲਪਨਾ ਜੀ ਪਦਮ ਸ਼੍ਰੀ ਜੀ ਨੂੰ ਜੀ ਆਇਆ ਕਹਿੰਦਾ ਜੀ, ਤੇ ਬੜੀ ਖੁਸ਼ੀ ਹੋ ਰਹੀ ਹੈ ਉਹਨਾਂ ਦੇ ਦਰਸ਼ਨ ਕਰਕੇ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਇੰਨੀਆਂ ਪਲਾਂਘਾਂ ਮਾਰੀਆਂ ਔਰ ਇਹਨਾਂ ਅੱਛਾ ਰੁਤਬਾ ਹਾਸਲ ਕੀਤਾ। ਡਾਕਟਰ ਅੰਬੇਡਕਰ ਦੀ ਮਿਹਰਬਾਨੀ ਦੇ ਨਾਲ ਉਹ ਬਹੁਤ ਬੁਲੰਦੀਆਂ ਤੇ ਪਹੁੰਚੇ ਆ ਜੀ। ਦਰਸ਼ਨ ਕਰਕੇ ਬੜੀ ਖੁਸ਼ੀ ਹੋ ਰਹੀ ਹੈ ਜੀ, ਤੇ ਮੈਂ ਉਹਨਾਂ ਨੂੰ ਧੰਨਵਾਦ ਹੀ ਕਰਨਾ ਚਾਹੁੰਦਾ। ਥੈਂਕ ਯੂ ਹਰਬੰਸ ਮਿੱਡਾ ਜੀ ਸਾਊਥਹਾਲ ਤੋਂ, ਜਿਨ੍ਹਾਂ ਨੇ ਤੁਹਾਨੂੰ ਵੈਲਕਮ ਕੀਤਾ ਔਰ ਧੰਨਵਾਦ ਕੀਤਾ ਕਿ ਬਾਬਾ ਸਾਹਿਬ ਦੀ ਦੇਣ ਆ ਜਿਹੜੀ ਅੱਜ ਤੁਸੀਂ ਜਿਸ ਪੋਜੀਸ਼ਨ ਦੇ ਉੱਤੇ ਹੋ। ਉਹ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਨਾ ਹੁੰਦਾ ਤਾਂ ਹੋ ਸਕਦਾ ਅੱਜ ਭਾਰਤ ਦੀ ਨਾਰੀ ਨੂੰ ਉਹੀ ਪੈਰ ਦੀ ਜੁੱਤੀ ਕਿਹਾ ਜਾਂਦਾ, ਲੇਕਿਨ ਬਾਬਾ ਸਾਹਿਬ ਦਾ ਸੰਵਿਧਾਨ ਠੀਕ ਹੈ। ਸਾਡਾ ਜਿਹੜਾ ਸੰਵਿਧਾਨ ਹੈ ਉਹਨੂੰ ਇੰਪਲੀਮੈਂਟ ਪ੍ਰੋਪਰ ਨਹੀਂ ਕੀਤਾ ਜਾਂਦਾ। ਜੇ ਉਹ ਅਸਲ ਤਰੀਕੇ ਦੇ ਨਾਲ ਉਸ ਨੂੰ ਇੰਪਲੀਮੈਂਟ ਕਰ ਦਿੱਤਾ ਜਾਵੇ, ਜਿਹੜਾ ਭਾਰਤ ਆ ਉਹ ਫਿਰ ਸੋਨੇ ਦੀ ਚਿੜੀਆ ਕਹਾ ਸਕਦਾ ਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? आप क्या बोलना चाहते हो? जो भी आपने बताना बताओ। किस चीज़ के लिए? किसी बारे में आप बोल लो, जो भी आपके बारे में, अपने बारे जो भी बोलना है। ओके। क्योंकि आप सब पूछ रहे हैं, सब पूछ रहे हैं कि आप बाबा साहब के कारण आप जे पदवी में आए हैं, जे पोस्ट पे आए हैं, इसके बारे में कैसे कैसे आपको स्ट्रगल करना पड़ा है, कैसे कैसे बिजनेस में आपने किया है। जी जी। तो मैं ये कहना चाहूँगी कि स्ट्रगल तो बहुत करना पड़ता है, बाबा साहब ने भी बहुत किया जी। तो जब मैं स्ट्रगल करती थी तो बहुत तकलीफ़ें मुझे भी हुई है, क्योंकि मैं देखती हूँ कि जब हम काम करते हैं जी, तो काम करते हुए जो तकलीफ़ें आती है तो हमारे जो लोग हैं, हमारे जो भी है जो आगे बढ़ना चाहते हैं, काम करना चाहते हैं, उन्हें तकलीफ़ आई कि वो सिर्फ कहते हैं कि नहीं हम तो दलित हैं ना, इसके लिए हम आगे नहीं बढ़ सकते। मैं ये कहना चाहूँगी कि बाबा साहब ने हमें रास्ता दिखाया। बाबा साहब जिस समाज से आए हुए थे, हमारे अपने ही है ना बाबा साहब, तो उस वक्त उनको सपोर्ट करने वाला कोई भी नहीं था। वो अकेले थे, अपनी लड़ाई वो खुद लड़ रहे थे। उसके बावजूद उन्होंने हमारे लिए पूरे रास्ते खोल के रखे हैं। तो हम क्या उन रास्तों पे चलकर अपने हक की लड़ाई नहीं लड़ सकते? तो हमने अपनी हक की लड़ाई लड़ी। जब भी हमें इस तरह की कोई तकलीफ होने लगी, लोग हमें तकलीफ देने लगे, तो हमने अपनी लड़ाई पूरे जोशो इससे लड़ी है। और हमें ये बात पक्की याद थी कि बाबा साहब ने ये कहा है कि अगर हमारा हक मांगने से नहीं मिलता है तो छीन के लेने की ताकत भी हमारे हाथों में होनी चाहिए, और वो हमने दिखाई। और इसी वजह से आज हम यहाँ पर हैं। ये नहीं है कि हमें तकलीफ़ें नहीं हुई, लेकिन तकलीफ़ों से हारना नहीं है, हिम्मत से आगे बढ़ना है। काफ़ी मेहनत, सच्ची लगन, कड़ी मेहनत से अगर तुम काम करोगे, आगे बढ़ोगे, तो मंजिल तुमको मिलनी ही मिलनी है। किसी की ताकत नहीं है जो तुम्हारा रास्ता रोक सके, लेकिन पहले तुम चलो तो सही। कि सिर्फ हमारी जाति ये है, हम कुछ कर नहीं सकते, हम आगे बढ़ नहीं सकते, तो ये गलत बात है। ये ऐसे मुझे लगता है, क्योंकि आप तकलीफों से डरते हो। मेरा तो कहना डायरेक्टली ये है कि तकलीफों से डरते हो, इसलिए पीछे मुड़ के देखते हो कि नहीं हमें तकलीफ हो रही है। लेकिन मेरा ये कहना है कि तकलीफों से डरोगे तो जाहिर सी बात है कि जहाँ थे वहीं पे रहोगे, लेकिन अगर तुम फाइट करके आगे निकलोगे तो यकीनन आप भी एक मंजिल पा सकोगे। अब मुझे देख लीजिए, मेरे पास स्टार्टिंग में मैं बहुत बचपन से मतलब एजुकेशन लेकर बहुत बड़ी बनना चाहती थी, लेकिन उतना बड़ा एजुकेशन मेरे पास नहीं है। उसके बावजूद भी आज मैं IIM बेंगलोर में गवर्नर्स हूँ। मैं डॉक्टरेट मुझे मिली है, अभी जस्ट एक 8 दिन हो गए मुझे डॉक्टरेट मिली है। मैं
BMB बैंक की डायरेक्टर रह चुकी हूँ, ठीक है। एक ऐसी लड़की जो घर से चली थी, जिसके पास रहने के लिए घर नहीं था, किसी और फैमिली के घर में रहा करती थी, आज वो बिल्डिंगें बनाती है और घर बेचती है। एक ऐसी लड़की जब वो मुंबई में आई थी तो बड़े बड़े रोडों को देख के डरा करती थी, लेकिन आज उसी के कंपनी के नाम पर 2 रोड मुंबई जैसे शहर में हैं। आज ऐसी एक लड़की जिसके पास 60 पैसे नहीं हुआ करते थे, 60 पैसे, तो कुर्ला से लेके चेंबूर तक वो पैदल जाया करती थी, आज लग्जरी गाड़ियों में घूम रही है। तो कहने का मतलब ये है कि अगर एक औरत इतना सब कुछ अगर कर सकती है तो आज की जो औरतें हैं, आज का जो यूथ है, वो क्या नहीं कर सकता, सब कुछ कर सकता है, आपके अपने हाथों में है। जी, ਇਹ ਕਲਪਨਾ ਜੀ ਨੇ ਜਿਹੜੀ ਵੀ ਗੱਲ ਕੀਤੀ, ਉਹਨਾਂ ਨੇ ਆਪਣੇ ਜੋ ਸਟਰਗਲ ਕੀਤੀ ਆ, ਉਹਨਾਂ ਨੇ ਦੱਸਿਆ ਕਿ ਮੈਂ ਕਿੱਦਾਂ ਕਿੱਦਾਂ ਤੁਰ ਕੇ ਜਾਂਦੀ ਸੀ, ਮੇਰੇ ਪਾਸ ਕੁਝ ਵੀ ਨਹੀਂ ਸੀਗਾ, ਤੇ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ, ਅੱਗੇ ਨੂੰ ਦੇਖਿਆ ਕਿ ਤਾਂ ਕਿ ਜਿਹੜੀ ਮੇਰੀ ਹਿੰਮਤ ਆ, ਹੌਸਲਾ ਹੈ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਕਿਹਾ ਸੀ ਜੇ ਕੋਈ ਚੀਜ਼ ਤੁਹਾਨੂੰ ਹੱਕ ਨਹੀਂ ਮਿਲਦੇ ਤੇ ਛੀਨਣੇ ਪੈਂਦੇ ਆ, ਖੋਹਣੇ ਪੈਂਦੇ ਆ। ਇਹਨਾਂ ਨੇ ਆਪਣੀ ਮਿਹਨਤ ਔਰ ਲਗਨ ਦੇ ਨਾਲ ਉਹ ਜਿਹੜੀ ਆ ਮੁਕਾਮ ਹਾਸਲ ਕੀਤਾ ਹੈ। ਅਸੀਂ ਸਲੂਟ ਕਰਦੇ ਹਾਂ ਇਸ ਭੈਣ ਜੀ ਨੂੰ, ਔਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਹਨਾਂ ਤੋਂ ਅਸੀਂ ਪ੍ਰੇਰਨਾ ਲੈ ਕੇ ਸਾਡੇ ਬੱਚੇ ਜਾਂ ਗਾਂ ਦੀ ਸਾਡੀ ਜਨਰੇਸ਼ਨ ਹੈ ਜਿਹੜੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਚੱਲਣ, ਤਾਂ ਕਿ ਜਿਹੜਾ ਸਾਡਾ ਸਮਾਜ ਆ ਜਿਸ ਚੀਜ਼ ਦੇ ਵਿੱਚੋਂ ਡਰਦਾ ਹੈ, ਜਿਸ ਗਰੀਬੀ ਦੇ ਵਿੱਚੋਂ ਨਿਕਲਣਾ ਚਾਹੁੰਦਾ ਹੈ, ਉਸ ਨੂੰ ਅਸੀਂ ਇੱਕ ਪਿੱਛੇ ਛੱਡ ਕੇ ਤੇ ਅੱਗੇ ਨਿਕਲ ਚੱਲੀਏ। ਕਿਉਂਕਿ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ ਦਿੱਤਾ, ਸਾਨੂੰ ਰਸਤਾ ਦਿੱਤਾ ਹੈ। ਪਹਿਲਾਂ ਇੱਦਾਂ ਕਿਹਾ ਜਾਂਦਾ ਸੀ ਕਿ ਸਾਡੇ ਕੋਲ ਕੋਈ ਵੀ ਕਾਨੂੰਨ ਨਹੀਂ ਸੀਗਾ, ਸਾਡੇ ਹੱਕ ਦਾ ਕੋਈ ਕਾਨੂੰਨ ਨਹੀਂ ਸੀ, ਅਸੀਂ ਜਿੱਤੀਆਂ ਬਾਜ਼ੀਆਂ ਹਾਰਦੇ ਰਹੇ। ਅਸੀਂ ਛੱਡ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਐਵੇਂ ਲੋਕਾਂ ਨੂੰ ਆਪਣੇ ਵਿਹੜੇ ਬਹਾਲਦੇ ਰਹੇ, ਜਿਨ੍ਹਾਂ ਖੋਤਿਆਂ ਦੀ ਅਸੀਂ ਲੱਦ ਚੁੱਕੀ ਉਹੀ ਸਾਨੂੰ ਦਲੱਤੀਆਂ ਮਾਰਦੇ ਰਹੇ। ਉਹ ਜਿਹੜਾ ਕਾਨੂੰਨ ਉਸ ਵੇਲੇ ਸਾਡੇ ਕੋਲ ਹੈ ਨਹੀਂ ਸੀ। ਹੁਣ ਜਿਹੜਾ ਬਾਬਾ ਸਾਹਿਬ ਦਾ ਸਾਡੇ ਕੋਲ ਕਾਨੂੰਨ ਹੈ, ਸੰਵਿਧਾਨ ਆ, ਅਸੀਂ ਉਸ ਦੇ ਨਾਲ ਫਖਰ ਦੇ ਨਾਲ ਕਹਿ ਸਕਦੇ ਹਾਂ ਕਿ ਆਹ ਸਾਡਾ ਹੱਕ ਆ ਤੇ ਇੱਥੇ ਰੱਖ, ਇਹ ਸਾਡਾ ਹੱਕ ਹੈ ਤੇ ਇੱਥੇ ਰੱਖ। ਇਹ ਸਾਡੇ ਵਿੱਚ ਹਿੰਮਤ ਹੋਣੀ ਚਾਹੀਦੀ ਆ ਉਸ ਨੂੰ ਪਾਉਣ ਦੇ ਲਈ। ਲੇਕਿਨ ਇਹ ਮੰਗਿਆ ਨਹੀਂ ਮਿਲਣੇ, ਇਹ ਖੋਣੇ ਪੈਣੇ ਆ, ਜਾਂ ਤਾਕਤ ਦੇ ਨਾਲ ਖੋਣੇ ਪੈਣੇ, ਜਾਂ ਐਜੂਕੇਸ਼ਨ ਦੇ ਮੁਤਾਬਕ ਜੋ ਬਾਬਾ ਸਾਹਿਬ ਨੇ ਕਿਹਾ ਆ, ਜੋ ਸਾਨੂੰ ਹਥਿਆਰ ਦਿੱਤਾ ਹੈ, ਉਹ ਐਜੂਕੇਸ਼ਨ ਜਿਹੜਾ ਇੱਕ ਬਹੁਤ ਹੀ ਵੱਡਾ ਸਾਨੂੰ ਫਾਰਮੂਲਾ ਦਿੱਤਾ ਹੈ। ਉਸ ਜੇ ਅਸੀਂ ਫਾਰਮੂਲੇ ਨੂੰ ਜੇ ਅਸੀਂ ਆਪਣੇ ਬੱਚਿਆਂ ਨੂੰ ਕਹੀਏ ਕਿ ਉਹ ਫਾਰਮੂਲਾ ਅਡੋਪਟ ਕਰ ਲੈਣ, ਤੇ ਸਾਡਾ ਜਿਹੜਾ ਆਉਣ ਵਾਲਾ ਜਿਹੜਾ ਗਾਂਹ ਵਾਲਾ ਟਾਈਮ ਆ ਉਹ ਬਹੁਤ ਹੀ ਸੁਨਹਿਰਾ ਹੋਵੇਗਾ। ਹਾਂਜੀ ਚੌਹਾਨ ਜੀ। ਦੇਖੋ ਜੀ, ਇਹਨਾਂ ਦੀ ਗੱਲਬਾਤ ਤੋਂ ਮੈਂ ਇੱਕ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ ਹੈ ਵੀ ਹੌਸਲਾ ਨਾ ਛੱਡੋ, ਡਟੇ ਰਹੋ। ਯੈਸ, ਹਮ ਹੋਂਗੇ ਕਾਮਯਾਬ ਇੱਕ ਦਿਨ। ਜੀ ਯੈਸ, ਜੇ ਇੱਕ ਅਸੀਂ ਧਾਰਨਾ ਧਾਰ ਲਈਏ, ਬਿਲਕੁਲ ਅਸੀਂ ਜੇ ਕਈ ਵਾਰੀ ਕਾਮਯਾਬ ਨਹੀਂ ਹੁੰਦੀ, ਹੌਸਲਾ ਨਾ ਛੱਡੋ, ਡਟੇ ਰਹੋ। ਕਿਉਂਕਿ ਜਿੰਨਾ ਚਿਰ ਅਸੀਂ ਸਾਡੇ ਵਿੱਚ ਇੱਕ ਸਪਿਰਿਟ ਆ ਜਾਏਗੀ ਨਾ, ਪਹਿਲੀ ਗੱਲ ਤਾਂ ਸਾਡੇ ਵਿੱਚ ਜਿਹੜੇ ਇਨਫੀਰੀਅਰਿਟੀ ਕੰਪਲੈਕਸ ਹੈ ਉਹਨੂੰ ਛੱਡੋ। ਯੈਸ, ਉਹਦੇ ਤੋਂ ਬਾਹਰ ਆ ਜਾਓ। ਜਿੰਨਾ ਚਿਰ ਅਸੀਂ ਹੈ ਨਾ, ਉਹ ਜਿਸ ਤਰ੍ਹਾਂ ਕਹਿੰਦੇ ਹੋ ਨਾ ਵੀ ਇੱਕ ਗਰੀਬ ਆਦਮੀ ਵੱਡੇ ਚੋ ਆਦਮੀ ਦੇ ਉੱਤੇ ਬੈਠਾ, ਉਹ ਹੇਠਾਂ ਪਿਆ, ਉਹ ਉੱਤੇ ਬੈਠਾ ਹੀ ਰੋ ਰਿਹਾ। ਉਹ ਇਸ ਕਰਕੇ ਰੋ ਰਿਹਾ ਵੀ ਜਦੋਂ ਉੱਠ ਕੇ ਮੈਨੂੰ ਮਾਰੂਗਾ, ਵੀ ਉਹ ਤਾਂ ਪਹਿਲੇ ਥੱਲੇ ਪਿਆ, ਤੂੰ 4 ਕਿਸੋਂ ਨੂੰ ਬਾਹਰ ਉਹਦਾ ਕੰਮ ਕਰਦੇ, ਤੈਨੂੰ ਮੌਕਾ ਮਿਲਿਆ। ਇਸ ਕਰਕੇ ਅਸੀਂ ਓਪਰਚੁਨਿਟੀ ਛੱਡ ਦਿੰਦੇ ਹਾਂ। ਇਨਫੀਰੀਅਰਿਟੀ ਕੰਪਲੈਕਸ ਤੋਂ ਬਾਹਰ ਆਈਏ। ਜ਼ਰੂਰੀ ਗੱਲ ਜਿਹੜੇ ਕਿ ਹੁਣ ਕਲਪਨਾ ਜੀ ਬੈਠੇ, ਉਹਨਾਂ ਨੇ ਦੇਖਿਆ ਬਚਪਨ ਦੇ ਵਿੱਚ, ਉਹਨਾਂ ਨੂੰ ਅਸੀਂ ਪਰਸਨਲੀ ਵੀ ਇਹਨਾਂ ਦੀ ਕਹਾਣੀਆਂ ਸੁਣੀਆਂ। ਬਚਪਨ ਦੇ ਵਿੱਚ ਮਾਤਾ ਪਿਤਾ ਦਾ ਕੋਈ ਸਾਥ ਨਹੀਂ ਸੀ, ਵਿਹੜੇ ਮੁਹੱਲੇ 'ਚੋਂ ਕੋਈ ਸਾਥ ਨਹੀਂ ਸੀ। ਉਹਨਾਂ ਨੇ ਫਿਰ ਐਜੂਕੇਸ਼ਨ ਇੰਨੀ ਸੀ, ਪਰ ਇੱਕ ਹੌਸਲਾ ਨਹੀਂ ਛੱਡਿਆ, ਉਹ ਡਟੇ ਰਹੇ। ਅੱਜ ਦੇਖ ਲਓ ਕਿੱਥੇ ਬੈਠੇ ਹਨ। ਇਸ ਕਰਕੇ ਅਸੀਂ ਸਾਡਾ ਜਿਹੜਾ ਹੌਸਲਾ ਨੰਬਰ 2 'ਤੇ ਇੱਕ ਮੈਂ ਆਜ਼ਾਦ TV ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣਾ, ਕਈ ਵਾਰੀ ਕਈ ਕਾਲਰ ਜਿਹੜੇ ਆਪਣੇ ਹਿਸਾਬ ਨਾਲ ਆਪਣੀ ਗੱਲਬਾਤ ਕਰਦੇ ਹਨ, ਸਾਡਾ ਉਹਨਾਂ ਦੇ ਨਾਲ ਕੋਈ ਲੈਣਾ, ਉਹ ਉਹਨਾਂ ਦੀ ਆਪਣੀ ਇੱਕ ਖਿਆਲ ਹਨ। ਉਹ ਕਹਿੰਦੇ ਹਨ ਅਸੀਂ, ਕਿਉਂਕਿ ਸਾਡਾ TV ਆਜ਼ਾਦ TV ਹੈ, ਇੰਡੀਪੈਂਡੈਂਟ ਹੈ। ਕੋਈ ਵੀ ਇੰਡੀਪੈਂਡੈਂਟ ਆਪਣੇ ਵਿਊਜ਼ ਦਿੰਦਾ ਹੈ, ਇਹਦਾ ਮਤਲਬ ਇਹ ਨਹੀਂ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ। ਇਹਦਾ ਇਹ ਮਤਲਬ ਨਹੀਂ ਅਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਕੰਡੈਮ ਕਰ ਰਹੇ ਹਾਂ, ਕਿਸੇ ਵੀ ਇੰਡੀਵਿਜੂਅਲ ਨੂੰ ਕੰਡੈਮ ਕਰ ਰਹੇ ਹਾਂ। ਉਹਨਾਂ ਦੇ ਆਪਣੇ ਇੱਕ ਵਿਊਜ਼ ਹਨ, ਉਦੋਂ ਵਿਊਜ਼ ਨੂੰ ਉਹਨਾਂ ਦੇ ਇੰਡੀਵਿਜੂਅਲ ਵਿਊ, ਸਾਡੇ 'ਤੇ ਉਹਨਾਂ ਦਾ ਕੋਈ ਅਸਰ ਨਹੀਂ। ਅਸੀਂ ਤਾਂ ਚਾਹੁੰਦੇ ਇੱਕ ਵਧੀਆ ਭਾਈਚਾਰਾ ਬਣੇ, ਯੂਨਿਟੀ ਬਣੇ। ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਨੇ ਕਿਹਾ ਸੀ, ਉੱਥੇ ਵਿੱਚ ਅਸੀਂ ਸਾਰੇ ਇਨਸਾਨ ਹੈ, ਚਾਹੇ ਕੋਈ ਹਿੰਦੂ ਆ, ਚਾਹੇ ਮੁਸਲਮਾਨ ਆ, ਕਿਸੇ ਵੀ ਜਾਤੀਵਾਦ ਨਾਲ ਜੁੜਿਆ ਹੋਇਆ, ਅਸੀਂ ਸਾਰੇ ਇਨਸਾਨ ਹੈ। ਜਦੋਂ ਅਸੀਂ ਇਨਸਾਨੀਅਤ ਦਾ ਨਾਅਰਾ ਲਾਵਾਂਗੇ, ਜਦੋਂ ਅਸੀਂ ਇਨਸਾਨੀਅਤ ਨੂੰ ਅੱਗੇ ਰੱਖਾਂਗੇ, ਉਸ ਵੇਲੇ ਅਸੀਂ ਕਾਮਯਾਬ ਹੋਵਾਂਗੇ। ਆਓ ਅਸੀਂ ਆਪਣੇ TV ਦੇ ਮਾਧਿਅਮ ਰਾਹੀਂ ਇੱਕ ਪਹਿਰਾ ਦੇ ਰਹੇ ਹਾਂ, ਮੈਸੇਜ ਦੇ ਰਹੇ ਹਾਂ। ਆਓ ਯੂਨਿਟੀ ਲਿਆ ਕੇ, ਕਿਉਂਕਿ ਜਿੰਨਾ ਚਿਰ ਸਾਡੇ ਵਿੱਚ ਯੂਨਿਟੀ ਨਹੀਂ ਆਉਂਦੀ, ਅੱਜ ਸਾਡੀ ਨਾ ਯੂਨਿਟੀ ਕਰਕੇ ਹੀ ਅਸੀਂ ਇਹ ਮਾਰ ਖਾ ਰਹੇ ਹਾਂ।
ਜੇ ਸਾਡੇ ਵਿੱਚ ਯੂਨਿਟੀ ਹੋ, ਪਹਿਲੀ ਗੱਲ ਇਹੀ ਕਾਂਜੀ ਰਾਮ ਨੇ ਕਿਹਾ ਸੀ ਅਸੀਂ 85% ਹਾਂ। ਹਾਂਜੀ ਕਾਲ ਲੈ ਲਈਏ। ਹਾਂ ਜ਼ਰੂਰ ਲਓ ਜੀ। ਹੈਲੋ ਹੈਲੋ ਜੈਕਦੇਵ ਜੀ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਕਿੱਦਾਂ? ਠੀਕ ਹੈ ਮੁੰਡਿਆ? ਨਹੀਂ ਪਹਿਲਾਂ ਭੈਣ ਜੀ ਤੁਸੀਂ ਪਹਿਲਾਂ ਗੁੰਮ ਕਿੱਥੇ ਰਹੇ, ਪਹਿਲਾਂ ਤਾਂ ਮੈਨੂੰ ਇਹ ਦੱਸੋ। ਮੈਂ ਤਾਂ ਹਸਪੀਟਲਾਂ 'ਚ ਧੱਕੇ ਖਾਂਦੀ ਆ, ਮੈਂ ਤਾਂ ਹਾਲੇ ਵੀ ਨਹੀਂ ਤੁਰ ਫਿਰ ਸੌਰੀ ਭੈਣ ਜੀ ਸੌਰੀ। ਇਹ ਗੱਲਾਂ ਛੱਡ, ਜਿਹੜੀ ਅੱਜ ਤੁਹਾਡੇ ਘਰ ਅੱਗ ਲੱਗੀ ਆ ਕਦੋਂ ਬੁਝਾਉਣੀ ਆ? ਹਾਂਜੀ ਬੋਲੋ। ਹਾਂਜੀ ਅੱਜ ਭਾਰਤ ਦੀ ਅੱਗ ਕਿੱਦਾਂ ਬੁਝਾਉਣੀ ਆ? ਅੱਜ ਭਾਰਤ ਨੂੰ ਅੱਗ ਲੱਗੀ ਆ। ਇਹ ਜਾਤਾਂ ਪਾਤਾਂ ਛੱਡ ਕੇ ਆਪਾਂ ਭਾਰਤ ਬਚਾਉਣਾ, ਬਚਾਵੋ ਕਿਸੇ ਤਰ੍ਹਾਂ। ਆ ਕੁੜੀ ਨੂੰ ਮੇਰਾ ਸੁਨੇਹਾ ਦੇ ਦੇ, ਜੇ ਭਾਰਤ ਬਚਾਉਣਾ ਆ ਤੇ ਭਾਰਤ ਦੀ ਰਾਖੀ ਆਪਾਂ ਨੂੰ ਕਰਨੀ ਪੈਣੀ ਆ ਜੀ। ਉਹ ਕਿੱਦਾਂ ਕਰਨੀ ਪੈਣੀ ਹੈ? ਜੋ ਕੁਛ ਇੰਡੀਆ 'ਚ ਹੋ ਰਿਹਾ ਨਾ, ਉਹ ਤੁਹਾਡੇ ਨਾਲ ਹੋ ਰਿਹਾ। ਉਹ ਸਿਰਫ ਤੁਹਾਨੂੰ ਨਿਸ਼ਾਨੀ ਦੇਤੀ ਵੀ ਹੁਣ ਤੁਹਾਡੀ ਵਾਰੀ ਆ, ਜਦੋਂ ਮਰਜ਼ੀ ਤੁਹਾਨੂੰ ਫੜ ਲਈਏ ਜੀ। ਜੋ ਕੁਛ ਦਿੱਲੀ ਹੋਇਆ ਨਾ, ਉਹ ਬਹੁਤ ਬੁਰਾ ਹੋਇਆ, ਕਿਸੇ ਨਾਲ ਨਾ ਹੋਵੇ। ਜੇ ਆਪਣੇ ਗੁਰੂਆਂ ਨੇ ਨਹੀਂ ਲੜਾਈ ਕੀਤੀ, ਆਪਣੇ ਬਾਬਾ ਸਾਹਿਬ ਜੀ ਨੇ ਕੀਤੀ, ਆਪਣੇ ਗੁਰੂ ਰਵਿਦਾਸ ਜੀ ਨੇ ਨਹੀਂ ਕੀਤੀ, ਵਾਲਮੀਕ ਨੇ, ਆਪਾਂ ਵੀ ਨਹੀਂ ਕਰਨੀ। ਆਪਾਂ ਨੂੰ ਲੜਾਈ ਦੀ ਨਹੀਂ ਜ਼ਰੂਰਤ, ਆਪਾਂ ਨੂੰ ਭਾਰਤ ਚਾਹੀਦਾ, ਇਨਸਾਨੀਅਤ ਚਾਹੀਦੀ ਆ ਜੀ। ਜੇ ਇਨਸਾਨੀਅਤ ਹੈ ਤੇ ਆਪਣਾ ਭਾਰਤ ਹੈ, ਨਹੀਂ ਤਾਂ ਕੁਛ ਵੀ ਨਹੀਂ ਦੁਨੀਆ ਤੇ। ਸਹੀ ਗੱਲ ਜੀ। ਮੈਂ ਤੁਹਾਨੂੰ ਸਾਰਿਆਂ ਦੇ ਮੋਰੇ ਹੱਥ ਜੋੜਦੀ, ਜੇ ਭਾਰਤ ਬਚਾਉਣਾ ਨਾ ਤੇ ਇਕੱਠੇ ਹੋ ਜਾਓ। ਮੈਨੂੰ ਬੇਟਾ, ਜੇ ਤੂੰ ਮੈਨੂੰ ਆਪਣੀ ਭੂਆ ਕਹਿੰਦਾ, ਮੈਂ ਤੈਨੂੰ ਆਪਣਾ ਮਾਤਾ ਕਹਿੰਦੀ ਆ। ਜਿੱਦਣ ਆਪਾਂ ਇਹ ਇੱਜ਼ਤ ਵਾਲੇ ਬਣ ਗਏ, ਆਪਾਂ ਨੂੰ ਕੋਈ ਦੁਨੀਆ ਦੀ ਤਾਕਤ ਭਾਰਤ ਨੂੰ ਜੁੜਾ ਨਹੀਂ ਕਰ ਸਕਦਾ ਜੀ। ਧੰਨਵਾਦ ਜੀ ਭੈਣ ਜੀ, ਬਹੁਤ ਬਹੁਤ ਰੱਤੂ ਜੀ। ਹਾਂਜੀ ਤੇ ਸਾਡੇ ਭੈਣ ਜੀ ਰੱਤੂ ਜੀ ਜਿਹੜੇ ਚਲੋ ਉਹਨਾਂ ਸਿਹਤ ਠੀਕ ਨਹੀਂ ਗੀ ਤੇ ਪ੍ਰਮਾਤਮਾ ਇਹਨਾਂ ਨੂੰ ਭਲੀ ਕਰੇ ਤੇ ਤੰਦਰੁਸਤੀ ਬਖਸ਼ਣ ਸਤਿਗੁਰੂ ਦਾ ਹਮਾਰ। ਤੇ ਉਹਨਾਂ ਦੇ ਵਿਚਾਰ ਜਿਹੜੇ ਸਦਾ ਹੀ ਉਹ ਬਹੁਤ ਸੋਹਣੇ ਅਡਮੁੱਲੇ ਵਿਚਾਰ ਹੁੰਦੇ ਹਨ ਤੇ ਉਹ ਸਦਾ ਹੀ ਕਹਿੰਦੇ ਹਨ ਯੂਨਿਟੀ ਏਕਤਾ ਭਾਈਚਾਰਾ ਹੋਣਾ ਚਾਹੀਦਾ ਆ। ਜੋ ਹਰੇਕ ਧਰਮ ਕਹਿੰਦਾ ਹੈ ਕਿ ਏਕਤਾ ਯੂਨਿਟੀ ਭਾਈਚਾਰਾ ਹੋਣਾ ਚਾਹੀਦਾ ਹੈ, ਲੇਕਿਨ ਇਹ ਹਰੇਕ ਇਨਸਾਨ ਜਿਹੜਾ, ਕਿਉਂਕਿ ਅੱਜ ਜਿਹੜਾ ਮਜ਼ਹਬ ਦਾ ਚੱਕਰ ਆ, ਜਦੋਂ ਕਹਿੰਦੇ ਆ ਕਿ ਧਰਮ ਦੀ ਲੜਾਈ 'ਚ ਜੇ ਕਿਸੇ ਭੈਣ ਭਰਾ ਇਕੱਠੇ ਹੁੰਦੇ ਤਾਂ ਉਸ ਦੇ ਵਿੱਚ ਧਰਮ ਬਾੜ ਦਿਓ, ਧਰਮ ਦੇ ਨਾਲ ਲੜਾਈ ਝਗੜਾ ਹੋ ਜਾਂਦਾ ਹੈ ਤਾਂ ਜੁਦੇ ਜੁਦੇ ਹੋ ਜਾਂਦੇ ਆ। ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਕਿਸੇ ਦੇ ਉੱਤੇ ਕੋਈ ਕਿੰਤੂ ਪਰੰਤੂ ਕਰੇ, ਸਾਡੇ ਧਰਮ ਦੇ ਉੱਤੇ ਜਾਂ ਸਾਡੇ ਸਮਾਜ ਦੇ ਉੱਤੇ ਕੋਈ ਕਿੰਤੂ ਪਰੰਤੂ ਕਰੇ। ਅਸੀਂ ਕਿਸੇ ਵੀ ਧਰਮ ਔਰ ਕਿਸੇ ਵੀ ਸਮਾਜ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦੇ। ਅਸੀਂ ਤਾਂ ਸਿਰਫ ਤੇ ਸਿਰਫ ਅਸੀਂ ਸਤਿਗੁਰੂ ਦਾ ਮਹਾਰਾਜ ਦੇ ਬੇਗਮਪੁਰੇ ਦੀ ਗੱਲ ਕਰਦੇ ਹਾਂ, ਬਾਬਾ ਸਾਹਿਬ ਦੇ ਮਿਸ਼ਨ ਦੀ ਗੱਲ ਕਰਦੇ ਹਾਂ। ਬਾਬਾ ਸਾਹਿਬ ਦਾ ਜੋ ਮਿਸ਼ਨ ਹੈ, ਸੰਵਿਧਾਨ ਹੈ, ਉਹ ਬੇਗਮਪੁਰਾ ਸਤਿਗੁਰੂ ਦਾ ਮਹਾਰਾਜ ਦਾ ਬੇਗਮਪੁਰਾ ਹੈ। ਜੋ ਯੂਨਾਈਟਿਡ ਨੇਸ਼ਨ ਦਾ ਮਿਸ਼ਨ ਹੈ, ਉਹ ਵੀ ਸਤਿਗੁਰੂ ਦਾ ਮਹਾਰਾਜ ਦਾ ਉਹੀ ਮਿਸ਼ਨ ਹੈ ਜਿਹੜਾ ਬੇਗਮਪੁਰੇ ਵਾਲਾ ਮਿਸ਼ਨ ਹੈ। ਤੇ ਲੇਕਿਨ ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਸ ਵਿੱਚ ਲੜੋ, ਚਾਹੇ ਉਹ ਕਿਸੇ ਵੀ ਧਰਮ, ਕੋਈ ਵੀ ਧਰਮ ਹੋਵੇ। ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਹਾਂ। ਅਸੀਂ ਇਹ ਵੀ ਚਾਹੁੰਦੇ ਸਾਡੇ ਧਰਮ ਦਾ ਵੀ ਸਤਿਕਾਰ ਕਰੇ। ਜੇ ਸਾਡਾ ਕੋਈ ਮੰਦਿਰ ਜਾਂ ਗੁਰਦੁਆਰਾ ਸਾਡਾ ਢਾਇਆ ਜਾਂਦਾ ਹੈ ਤਾਂ ਕਿਉਂ ਢਾਇਆ ਜਾਂਦਾ ਹੈ? ਸਾਨੂੰ ਦੁੱਖ ਹੁੰਦਾ ਹੈ, ਸਾਨੂੰ ਤਕਲੀਫ ਹੁੰਦੀ ਹੈ। ਜੇ ਮੈਂ ਗੱਲ ਜ਼ਰੂਰ ਕਹਿਣੀ ਚਾਹੁੰਦਾ ਭੈਣ ਜੀ ਹੁਣੀ, ਜਦੋਂ ਆਪਾਂ ਕਹਿੰਦੇ ਹਾਂ ਕਿ ਸਾਨੂੰ ਯੂਨਿਟੀ ਏਕਤਾ ਹੋਣੀ ਚਾਹੀਦੀ, ਭਾਈਚਾਰਾ ਹੋਣਾ ਚਾਹੀਦਾ ਆ, ਜਦੋਂ ਵੀ ਸਾਡੇ ਸਮਾਜ 'ਤੇ ਕੋਈ ਭਾਰੀ ਆਉਂਦੀ ਹੈ ਤੇ ਸਾਡਾ ਸਮਾਜ ਇੱਕ ਜਗ੍ਹਾ ਹੁੰਦਾ ਹੈ, ਇਕੱਠਾ ਹੁੰਦਾ ਹੈ। ਤੇ ਚਾਹੇ ਉਹ ਭਾਰਤ ਦੇਸ਼ ਦੀ ਗੱਲ ਕਰ ਲਈਏ, ਚਾਹੇ ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ, ਅਸੀਂ ਇਕੱਠੇ ਹੁੰਦੇ ਹਾਂ। ਅਸੀਂ ਲਾਸਟ ਜਿਹੜਾ ਮੈਸੇਜ ਇੱਕ ਫਿਊ ਸੈਕਿੰਡ ਜੀ, ਹਾਂਜੀ ਤੁਹਾਡੇ ਕੋਲ ਕਲੋजिंग है जी, टाइम जी, मैसेज कोई लास्ट मैसेज। अभी 8 मार्च महिला दिवस आ रहा है, अभी कल परसों ही। तो मैं हमारी सारी महिलाओं को ये कहूँगी कि आप लोग भी आगे बढ़ सकते हो। बाबा साहब के, संत रविदास जी के, गुरु नानक जी के सारे धन्यवाद बहन जी, थैंक यू वेरी मच। ਤੇ ਅਸੀਂ ਸਾਡੇ ਪ੍ਰੋਗਰਾਮ ਦੀ ਸਮਾਪਤੀ ਹੋ ਰਹੀ ਹੈ, ਸਾਡਾ ਟਾਈਮ ਮੁੱਕ ਚੁੱਕਾ ਹੈ। ਅਗਲੇ ਹਫਤੇ ਤੱਕ ਸਾਨੂੰ ਇਜਾਜ਼ਤ ਦਿਓ। ਜਿੰਦੇ ਰਹੇ ਤਾਂ ਫਿਰ ਮਿਲਾਂਗੇ। ਰੱਬ ਰੱਖਾ। ਜੈ ਗੁਰਦੇਵ, ਜੈ ਭੀਮ, ਜੈ ਵਾਲਮੀਕੀ।